बोले सोने हाल सासरी अकाल। ਸਤਿ ਸ਼੍ਰੀ ਅਕਾਲ। ਮੈਂ ਸਤਪਾਲ ਜਾਲੀ ਦੀ ਹਮੇਸ਼ਾ ਦੀ ਤਰ੍ਹਾਂ ਐਵਰੀ ਮੰਡੇ ਆਪਾਂ 6 to 7 ਸਪੈਸ਼ਲ ਸ਼ੋਅ ਇਮੀਗ੍ਰੇਸ਼ਨ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਇਕਬਾਲਦੀਪ ਜੀ ਦੇ ਨਾਲ। ਮੈਂ ਹਮੇਸ਼ਾ ਕਹਿ ਦਿੰਦਾ ਕਿ ਮੈਂ ਟਾਈਮ ਜ਼ਾਹਿਰ ਨਹੀਂ ਕਰਨਾ ਚਾਹੁੰਦਾ ਬਿਕੋਜ਼ ਸ਼ੋਅ ਉਹਨਾਂ ਦਾ ਬਹੁਤ ਲੋਕ ਤੁਸੀਂ ਮੈਂ ਟੈਲੀਫੋਨ ਨੰਬਰ ਫਿਰ ਰਿਪੀਟ ਕਰਦਾ ਜੋ ਸਕਰੀਨ ਉੱਪਰ ਹੈਗਾ 0121551101 'ਤੇ ਕਾਲ ਕਰੋ। ਪਲੀਜ਼ ਕੋਸ਼ਿਸ਼ ਕਰੋ ਸ਼ੋਅ ਦੇ ਦਰਮਿਆਨ ਕਾਲ ਕਰਿਆ ਕਰੋ। ਅਗਰ ਤੁਸੀਂ ਇਕਬਾਲਦੀਪ ਜੀ ਨਾਲ ਗੱਲ ਕਰਦੇ ਹੋ ਉਹਦੇ ਬਾਵਜੂਦ ਵੀ ਤੁਹਾਨੂੰ ਨੰਬਰ ਜਿਹੜਾ ਇਕਬਾਲਦੀਪ ਜੀ ਨੂੰ ਦਿੱਤਾ ਜਾਏਗਾ ਉਹ ਤੁਹਾਨੂੰ ਨੈਕਸਟ ਡੇ ਉਹ ਦ ਫੋਲੋਇੰਗ ਡੇ ਤੁਹਾਨੂੰ ਕਾਲ ਕਰਨਗੇ। ਸੋ ਪਲੀਜ਼ ਕੀਪ ਕਾਲਿੰਗ। ਲੋਟ ਆਫ ਲੋਕ ਕਾਲ ਕਰਦੇ ਨੇ ਲੇਕਿਨ ਕਾਲ ਸੈਂਟਰ ਬਿਜ਼ੀ ਹੁੰਦਾ। ਕੀਪ ਟਰਾਈਂਗ ਬਿਕੋਜ਼ ਜਿਹੜੇ ਮੈਜੋਰਿਟੀ ਕਾਲ ਕਰਦੇ ਨੇ ਦੇ ਡੋਂਟ ਵਾਂਟ ਟੂ ਕਮ ਔਨ ਏਅਰ ਫॉर ਵਟਐਵਰ ਰੀਜ਼ਨ। ਅਸੀਂ ਇਨਸਿਸਟ ਨਹੀਂ ਕਰਦੇ। ਅਗਰ ਜੇ ਮੈਂ ਤੁਹਾਨੂੰ ਨਾਮ ਪੁੱਛਦਾ ਇਟਸ ਐਜ਼ ਅ ਪੋਲਾਈਟਨੈਸ, ਤੁਸੀਂ ਨਾਮ ਨਹੀਂ ਦੇਣਾ ਚਾਹੁੰਦੇ ਉਹਦੇ 'ਚ ਕੋਈ ਜ਼ਬਰਦਸਤੀ ਨਹੀਂ ਹੈਗੀ, ਤੁਸੀਂ ਆਪਣਾ ਨਾਮ ਦੇਣ ਦੀ ਲੋੜ ਨਹੀਂ ਹੈ। ਚਲੋ ਮੈਂ ਇਕਬਾਲਦੀਪ ਜੀ ਦਾ ਸਵਾਲ ਸਰਪੰਚ ਜੀ ਵਾਜ ਕਾ ਖਾਲਸਾ ਵਾਜ ਕੀ ਫਤਿਹ। ਅੱਜ ਜਰਨੀ ਕਿੱਦਾਂ ਰਹੀ ਤੁਹਾਡੀ? ਜਰਨੀ ਅੱਜ ਥੋੜਾ ਜਿਹਾ ਡਿਫਿਕਲਟ ਸੀਗੀ। ਮੈਂ ਉਹ ਤਾਂ ਹੀ ਪੁੱਛਦਾ ਨਾ ਪੈਂਦੀ ਸੀਗੀ। ਹਾਂ ਸੋ ਜਿਹੜਾ ਵੀ ਹੈ ਰੋਡ ਤੇ ਵੀ ਕਾਫੀ ਜ਼ਿਆਦਾ ਸੀਗੀ। ਬਿਲਕੁਲ। ਦੇਖੋ ਅਸੀਂ ਇਕਬਾਲਦੀਪ ਜੀ ਦੇ ਅਦਰ ਸਾਈਡ ਆਫ ਲੰਡਨ ਰਹਿੰਦੇ ਨੇ, ਬੜੀ ਦੂਰ, ਅਤੇ ਬੜੀ ਸਨੋ ਪੈ ਰਹੀ ਸੀਗੀ ਅਤੇ ਮੈਨੂੰ ਫੋਨ ਆਇਆ ਇਹਨਾਂ ਦਾ। ਮੈਂ ਕਿਹਾ ਆ ਜਾ, ਕੋਈ ਨਾ ਫਿਕਰ ਨਾ ਕਰ। ਅਤੇ ਫਿਰ ਵੀ ਕਿਉਂਕਿ ਕਮਿਟਮੈਂਟ ਹੈਗੀ ਹੈ, ਅਸੀਂ ਸਰਵਿਸ ਦਿੰਦੇ ਹਾਂ ਅਕਾਲ ਚੈਨਲ, ਇਸੇ ਤਰ੍ਹਾਂ ਇਕਬਾਲਦੀਪ ਜੀ ਦਿੰਦੇ ਨੇ। ਜਦੋਂ ਇਨਸਾਨ ਦੀ ਕਮਿਟਮੈਂਟ ਹੁੰਦੀ ਹੈ, ਰਿਸਪੋਂਸੀਬਿਲਿਟੀ ਹੁੰਦੀ ਹੈ ਕਿ ਸ਼ੋਅ 'ਚ ਕਿਸੇ ਤਰੀਕੇ ਦੀ ਇੱਦਾਂ ਦੀ ਨਹੀਂ ਹੋਣੀ, ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ, ਕੰਟੀਨਿਊਟੀ ਬੜਾ ਇੰਪੋਰਟੈਂਟ ਹੁੰਦਾ ਹੈ। ਇਸ ਕਰਕੇ ਐਵਰੀ ਮੰਡੇ ਆਪਾਂ 6 to 7 o'clock। ਇਕਬਾਲਦੀਪ ਜੀ ਪਹਿਲੇ ਤਾਂ ਥੈਂਕ ਯੂ, ਤੁਹਾਡਾ ਸ਼ੁਕਰਾਨਾ ਕਰਦੇ ਹੋ। ਬਾਵਜੂਦ ਵੈਦਰ ਖਰਾਬ ਹੋਣ ਕਰਕੇ ਤਾਂ ਵੀ ਤੁਸੀਂ ਆ ਗਏ ਹੋ। ਨਹੀਂ, ਸਾਡੀ ਡਿਊਟੀ ਬਣਦੀ ਹੈ, ਸਾਰੇ ਵੇਟ ਕਰਦੇ ਹੁੰਦੇ ਆ ਤੇ ਅਪਡੇਟਸ ਦੇਣੀਆਂ ਹੁੰਦੀਆਂ ਉਹੀ ਨਾ। ਹਾਂ, ਇਟਸ ਵੈਰੀ ਇੰਪੋਰਟੈਂਟ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਕੁਝ ਵੀ ਹੁੰਦਾ ਰਹੇ ਦੁਨੀਆ ਦੇ ਵਿੱਚ ਚੰਗਾ ਮਾੜਾ, ਲਾਈਫ ਡਜ਼ਨਟ ਸਟਾਪ। ਨਾ ਤੇ ਟਾਈਮ ਖੜਾ ਹੁੰਦਾ ਨਾ ਜ਼ਿੰਦਗੀ ਖੜੀ ਹੁੰਦੀ। ਹਾਂਜੀ, ਕਰੋਨਾ ਵਾਇਰਸ ਜਦੋਂ ਫਸਟ ਲਾਕਡਾਊਨ ਸ਼ੁਰੂ ਹੋਇਆ ਸੀ ਉਦੋਂ ਤੇ ਅਸੀਂ ਸਾਰੇ ਇਨਫੋਰਮੇਸ਼ਨ ਦੇਈ ਜਾ ਰਹੇ। ਬਿਲਕੁਲ ਬਿਲਕੁਲ। ਤੇ ਹੁਣ ਤੇ ਐਂਡ ਤੇ ਆਏ ਹੈਗੇ, ਹੁਣ ਲੈਟਸ ਕੰਟੀਨਿਊ ਵਿਦ ਦੈਟ। ਬਿਲਕੁਲ ਨਹੀਂ, ਬੜੀ ਵੱਡੀ ਗੱਲ ਆ। ਦੇਖੋ ਹੀ ਕੁਡ ਹੈਵ ਡਨ ਇਟ ਫਰੋਮ ਹੋਮ ਥਰੂ ਦੀ ਵੀਡੀਓ ਕਾਲ ਦੇ ਥਰੂ, ਲੇਕਿਨ ਉਹ ਜੋ ਮਜ਼ਾ ਹੁੰਦਾ, ਇੰਟਰੈਕਸ਼ਨ ਹੁੰਦੀ ਹੈ ਸਟੂਡੀਓ 'ਚ ਬੈਸਟ ਹੁੰਦੀ ਬਿਕੋਜ਼ ਅਸੀਂ ਬੈਠ ਕੇ ਇੱਦਾਂ ਗੱਲਾਂ ਕਰ ਸਕਦੇ, ਬਹੁਤ ਅੱਛਾ ਲੱਗਦਾ। ਮੇਕਸ ਅ ਡਿਫਰੈਂਸ ਨਾ, ਬਹੁਤ ਈਜ਼ੀ ਹੋ ਜਾਂਦਾ। ਅਸੀਂ ਲਾਸਟ ਟਾਈਮ ਗੱਲ ਕੀਤੀ ਸੀਗੀ ਕਿ ਕਰੋਨਾ ਵਾਇਰਸ ਕਰਕੇ ਮੇ ਬੀ ਆਮ ਨੋਟ ਸੇਇੰਗ ਦ ਗਵਰਨਮੈਂਟ ਇਜ਼ ਥੋੜ੍ਹੇ ਜਿਹੇ ਈਜ਼ੀ ਹੋਏ ਨੇ, ਪਰ ਆਈ ਥਿੰਕ ਜੇ ਦੇਖਿਆ ਜਾਵੇ ਹਿਸਟਰੀ ਦੇ ਵਿੱਚ ਪਲੀਜ਼ ਜਿੱਦਾਂ ਵੀ ਤੁਹਾਨੂੰ ਕੋਈ ਕੰਮ ਬੁਲਾਉਣਾ, ਕਿਸੇ ਬੱਚੇ ਨੂੰ, ਕਿਸੇ ਪੇਰੈਂਟਸ ਨੂੰ ਬੁਲਾਉਣਾ, ਤੁਸੀਂ ਹੁਣ ਵਿਆਹ ਚੱਲਦੇ ਆ ਅਤੇ ਚਲੋ ਗੈਦਰਿੰਗ ਨਹੀਂ ਹੈਗੀ, ਕਿਸੇ ਦੀ ਮੌਤ ਹੁੰਦੀ ਹੈ, ਤੁਸੀਂ ਆਉਣਾ ਕਿਸੇ ਤਰ੍ਹਾਂ ਦਾ ਬਹਾਨਾ, ਅਤੇ ਗਵਰਨਮੈਂਟ ਮੈਨੂੰ ਲੱਗਦਾ ਤੁਹਾਨੂੰ ਨਾ ਨਹੀਂ ਕਰੇਗੀ ਕਿਉਂਕਿ ਕੋਵਿਡ ਕਰਕੇ ਇੱਕ ਜਿਹੜਾ ਬੰਦਾ ਆਏਗਾ ਅਤੇ ਗਵਰਨਮੈਂਟ ਸ਼ੱਕ ਨਹੀਂ ਕਰੇਗਾ। ਹਰ ਬੰਦਾ ਕੋਈ ਕਹਿੰਦਾ ਵੀ ਕੋਵਿਡ ਆ, ਤੁਸੀਂ ਆਰਾਮ ਨਾਲ ਘਰ ਬੈਠੋ, ਗਵਰਨਮੈਂਟ ਦੀ ਗੱਲ ਹੈਗੀ ਹੈ। ਹਾਂਜੀ ਹਾਂਜੀ, ਜਿਨ੍ਹਾਂ ਨੇ ਆਉਣਾ ਹੈਗਾ ਲੋਕੀ ਲਾ ਰਹੇ ਹੈਗੇ ਆਨਲਾਈਨ, ਸਾਰਾ ਕੁਝ ਚੱਲ ਰਿਹਾ। ਬਿਲਕੁਲ, ਸਾਰਾ ਕੁਝ ਚੱਲ ਰਿਹਾ। ਹਾਂ, ਜਿੱਦਾਂ ਤੁਸੀਂ ਓਵਰਸੀਜ਼ ਤੋਂ ਵੀ everything is online now, ਸਾਰਾ ਕੁਝ ਉਹਨਾਂ ਨੇ ਆਨਲਾਈਨ ਕਰ ਦਿੱਤਾ ਹੈਗਾ। ਇਟਸ ਅ ਰਿਵੋਲੂਸ਼ਨ, ਲਾਈਕ ਅ ਈ ਰਿਵੋਲੂਸ਼ਨ। ਰੀਅਲੀ? ਹਾਂਜੀ ਹਾਂਜੀ। ਪੜ੍ਹਨਾ ਲਿਖਣਾ ਜਿਹਨਾਂ ਨੂੰ ਕੰਪਿਊਟਰ ਨਹੀਂ ਆਉਂਦਾ ਅਤੇ ਉਹਨਾਂ ਕਰਕੇ ਵਕੀਲ ਸਾਹਿਬ ਬੈਠੇ ਨੇ, ਪਲੀਜ਼ ਕਾਲ ਕਰੋ। ਮੈਂ ਇੱਕ ਚੀਜ਼ ਹੁੰਦੀ ਹੈ, ਮੈਂ ਹਮੇਸ਼ਾ ਕਹਿੰਦਾ ਹੁੰਦਾ ਇਹ ਜਿਹੜਾ ਬੜਾ ਟੈਕਨੀਕਲ ਹੁੰਦਾ, ਆਨਲਾਈਨ ਵੀ ਜਾਣਾ, ਇਨਸਾਨ ਨੇ ਗਲਤ ਭਰਤਾ, ਇੱਦਾਂ ਭਰਤਾ, ਕਿਉਂ ਚਾਂਸ ਲੈਣਾ? ਦੈਟਸ ਵਾਈ ਥੀਸ ਪੀਪਲ ਆਰ ਦੇਅਰ ਟੂ ਹੈਲਪ ਯੂ ਆਊਟ। ਕਿਸੇ ਤਰ੍ਹਾਂ ਦਾ ਸਵਾਲ ਜਵਾਬ ਹੈ, ਲੈਟ ਦਮ ਹੈਂਡਲ ਇਟ ਫॉर ਯੂ। ਦੈਟਸ ਵਾਈ ਦੇ ਵਕੀਲ ਬੰਦਾ ਇੱਦਾਂ ਦੀ ਮਦਦ ਕਰਨ ਨੂੰ। ਇਕਬਾਲਦੀਪ ਜੀ, ਅਸੀਂ ਆਪਣੇ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ। ਆਪਣਾ ਜਿਹੜਾ ਹੈਗਾ, ਲੋਕ ਕਾਫੀ ਕੁਐਸਚਨ ਪੁੱਛਦੇ ਜਿਹੜਾ EU ਸੈਟਲਮੈਂਟ ਸਕੀਮ ਦਾ ਹੈਗਾ। ਹਾਂਜੀ ਹਾਂਜੀ, ਹੈ ਉਹਦੇ ਬਾਰੇ ਜੇ ਮੈਂ ਸਾਰਿਆਂ ਨੂੰ ਪਹਿਲਾਂ ਸਟਾਰਟ ਕਰਾਂ, ਜੇ ਕਿਸੇ ਪਾਸ ਇਹ ਲੋਕਾਂ ਦੇ ਸਵਾਲ ਵਗੈਰਾ ਜਨਰਲ ਸਵਾਲ ਨੇ ਤੁਹਾਡੇ ਕੋਈ ਆਪਣੇ, ਤੁਸੀਂ ਕਾਲ ਕਰਿਓ। ਉਹ ਕਹਿੰਦੇ ਜੇ ਮੇਰੇ ਪਾਸ ID ਡਾਕੂਮੈਂਟ ਨਾ ਹੋਣ। ਹਾਂਜੀ, ਆਪਾਂ EU ਸੈਟਲਮੈਂਟ ਸਕੀਮ ਬਾਰੇ ਅਸੀਂ ਬੜੀ ਵਾਰੀ ਗੱਲ ਕੀਤੀ ਹੈਗੀ ਆਪਣੇ ਸ਼ੋਅ ਦੇ ਵਿੱਚ, ਅਤੇ ਇਹ ਜਿਹੜਾ ਸਵਾਲ ਹੈਗਾ ਤੁਹਾਡਾ ਵੀ ਜੇ ID ਡਾਕੂਮੈਂਟਸ ਨਹੀਂ ਹੈਗੇ ਆ ਅਤੇ ਇਹ ਬੜਾ ਇੰਪੋਰਟੈਂਟ ਚੀਜ਼ ਹੈਗੀ, ਤੁਹਾਡੇ ਕੋਲ ID ਡਾਕੂਮੈਂਟਸ ਵੈਲਿਡ ਹੋਣੇ ਚਾਹੀਦੇ ਹੈਗੇ। ਪਰ ਕਿਤੇ ਕਿਤੇ ਸਰਕਮਸਟੈਂਸਿਸ ਹੋ ਸਕਦੇ ਜਦੋਂ ਤੁਸੀਂ ਸਵਾਲ ਕੀਤਾ ਹੈਗਾ ਵੀ ਮੇ ਬੀ ਤੁਹਾਡੇ ਕੋਲ ID ਡਾਕੂਮੈਂਟਸ ਨਹੀਂ ਹੈਗੇ, ਅਤੇ ਉਹਦੇ ਵਿੱਚ ਫਿਰ ਤੁਹਾਨੂੰ ਆਪਣੀ ਜਿਹੜੀ ਕੰਟਰੀ ਆਫ ਰੈਜ਼ੀਡੈਂਸ ਜਿਹੜੀ ਹੈਗੀ ਜਿੱਥੋਂ ਤੁਸੀਂ ਆਏ ਹੈਗੇ ਹੋ, ਜਿੱਦਾਂ ਜੇ ਕੋਈ ਫੋਰ ਐਗਜ਼ਾਮਪਲ ਤੁਸੀਂ ਇਟਲੀ ਤੋਂ ਆਏ ਹੈਗੇ ਹੋ, ਕਈ ਕੰਟਰੀ ਯੂਰਪੀਅਨ ਇੱਦਾਂ ਦੀਆਂ ਵੀ ਹੈਗੀਆਂ ਜਿਨ੍ਹਾਂ ਨੇ ID ਦੀ ਵੈਲਿਡਿਟੀ ਆਟੋਮੈਟਿਕਲੀ ਵਧਾਈ ਹੈਗੀ ਆ। ਅੱਛਾ ਅੱਛਾ। ਅਤੇ ਫਿਰ ਜੇ ਤੁਹਾਡੀ ਵੈਲਿਡਿਟੀ ਵੱਧ ਗਈ ਹੈਗੀ, ਤੁਸੀਂ ਆਪਣੀ ਜਿਹੜੀ ਆ ਇਮੀਗ੍ਰੇਸ਼ਨ ਜਿਹੜੀ ਤੁਹਾਡੀ ਕੰਟਰੀ ਦੀ ਹੈਗੀ ਆ, ਤੁਸੀਂ ਉੱਥੇ ਚੈੱਕ ਕਰ ਸਕਦੇ ਹੈਗੇ ਆਟੋਮੈਟਿਕਲੀ ਐਕਸਟੈਂਸ਼ਨ ਤਾਂ ਨਹੀਂ ਮਿਲੀ ਹੋਈ ਤੁਹਾਨੂੰ ਕਿ ਤੁਸੀਂ ਇਹ ਸੋਚ ਕੇ ਬੈਠੇ ਹੋ ਵੀ ਤੁਹਾਡੀ ID ਡਾਕੂਮੈਂਟ ਐਕਸਪਾਇਰਡ ਆ, ਮੇ ਬੀ ਉਹ ਐਕਸਪਾਇਰਡ ਨਹੀਂ ਹੈਗੇ, ਆਟੋਮੈਟਿਕਲੀ ਕੋਵਿਡ ਕਰਕੇ। ਉਹ ਵੀ ਹੋ ਸਕਦੀ ਹੈ। ਹਾਂਜੀ ਹਾਂਜੀ, ਕਈ ਕੰਟਰੀ ਨੇ ਵਧਾਈ ਹੈਗੀ ਆ। ਇਹਦੀ ਇੰਨੀ ਜ਼ਿਆਦਾ ਪਤਾ ਨਹੀਂ ਹੈਗਾ ਆਪਣੀ ਪਾਪੂਲੇਸ਼ਨ 'ਚ, ਪਰ ਤੁਸੀਂ ਆਪਣੀ ਜਿਹੜੀ ਹੋਮ ਕੰਟਰੀ ਜਿਹੜੀ ਤੁਹਾਡੀ ਤੁਹਾਡਾ ਆਪਣਾ ਯੂਰਪੀਅਨ ਕੰਟਰੀ ਜਿਹੜਾ ਹੋਮ ਆਫਿਸ ਹੈਗਾ ਆ, ਤੁਸੀਂ ਉੱਥੇ ਤੁਸੀਂ ਚੈੱਕ ਕਰ ਸਕਦੇ ਹੈਗੇ ਆਪਣੀ ਕੰਟਰੀ ਦੇ ਵਿੱਚ ਕੀ ਉਹਨਾਂ ਨੇ ਆਟੋਮੈਟਿਕਲੀ ਵਧਾਇਆ ਹੈਗਾ।
ਦੂਜੀ ਆਪਸ਼ਨ ਇਹਦੀ ਇਹ ਹੈਗੀ ਹੈ ਵੀ ਜੇ ਤੁਹਾਡੇ ਕੋਲ ਵੈਲਿਡ ਨਹੀਂ ਹੈਗੀ ਤੇ ਤੁਸੀਂ ਫਿਰ ਜਿਹੜੀ ਸੈਟਲਮੈਂਟ ਸਕੀਮ ਹੈਲਪਲਾਈਨ ਜਿਹੜੀ ਹੈਗੀ ਟੈਲੀਫੋਨ ਨੰਬਰ ਹੈਗਾ, ਤੁਸੀਂ ਉਹਦੇ ਉੱਤੇ ਫੋਨ ਕਰਕੇ ਤੁਸੀਂ ਉਹਨਾਂ ਨੂੰ ਐਕਸਪਲੇਨ ਕਰ ਸਕਦੇ ਹੈਗੇ ਸਿਚੁਏਸ਼ਨ ਆਪਣੀ, ਉਹ ਤੁਹਾਨੂੰ ਪੇਪਰ ਫਾਰਮ ਭੇਜ ਸਕਦੇ ਹੈਗੇ ਤੇ ਨਹੀਂ ਤੇ ਫਿਰ ਤੁਸੀਂ ਇੱਕ ਐਪਲੀਕੇਸ਼ਨ ਲਿਖ ਕੇ ਤੁਸੀਂ ਉਹਨਾਂ ਨੂੰ ਆਪਣੀ ਡਰਾਫਟ ਕਰਕੇ ਤੁਸੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਹੈਗਾ ਕੇਸ ਵਰਕਿੰਗ ਯੂਨਿਟ ਜਿਹੜੀ ਹੈਗੀ ਹੈ ਜਿਹੜੀ ਉਹਨਾਂ ਨੂੰ ਤੁਸੀਂ ਪੋਸਟ ਕਰ ਸਕਦੇ ਹੈਗੇ, ਪਰ ਤੁਸੀਂ ਐਕਸਪਲੇਨ ਕਰ ਸਕਦੇ ਹੈਗੇ ਵੀ ਤੁਹਾਡੇ ਕੋਲ ਪਾਸਪੋਰਟ ਕਿਉਂ ਨਹੀਂ ਹੈਗਾ, ਰੀਜ਼ਨਸ ਕੀ ਹੈਗੇ, ਤੁਸੀਂ ਆਪਣੇ ਰੀਜ਼ਨੇਬਲ ਰੀਜ਼ਨਸ ਉਹਨਾਂ ਨੂੰ ਦੇਖ ਕੇ ਤੁਸੀਂ ਆਪਣੇ ਪ੍ਰੋਸੈਸ ਕਰ ਸਕਦੇ ਹੈਗੇ ਐਪਲੀਕੇਸ਼ਨ। ਪਰ ਮੇਰਾ ਸਵਾਲ ਹਮੇਸ਼ਾ ਇੱਕ ਬਾਤ ਦੇ ਵਿੱਚ ਇਹ ਹੁੰਦਾ, ਕਿਉਂਕਿ ਕਈ ਦਫਾ ਜਦੋਂ ਰੀਜ਼ਨ ਦੇਣਾ ਹੁੰਦਾ ਨਾ, ਹੁਣ ਮੈਂ ਵਕੀਲ ਦੇ ਸਾਹਮਣੇ ਮੈਂ ਰੀਜ਼ਨ ਦੇਵਾਂ, ਵਕੀਲ ਮੈਨੂੰ ਕਹੇਗਾ ਨਹੀਂ ਪਾਲ ਜੀ ਇੱਦਾਂ ਨਾ ਕਹਿਣਾ, ਤੁਸੀਂ ਇੱਦਾਂ ਕਹਿਣਾ। ਸੋ ਦਾ ਬੈਸਟ ਹੁੰਦਾ ਕਿ ਵਕੀਲ ਦੀ ਐਡਵਾਈਸ ਲਵੋ, ਉਹਦੇ ਥਰੂ ਕੰਮ ਕਰੋ ਤੇ ਜ਼ਰਾ ਸਿੱਧੇ ਰਸਤੇ ਤੇ ਸਾਫ਼ ਹੋਏਗਾ ਕੰਮ। ਇੱਥੇ ਚਲੋ ਜਿਨ੍ਹਾਂ ਨੇ ਆਪਣੇ ਹੈਗੇ ਜਿਹੜੇ ਜਿਨ੍ਹਾਂ ਨੇ ਜੇ ਕਰੋਨਾ ਹੈਗਾ ਤੇ ਕਰਾ ਸਕਦੇ, ਪਰ ਜਿੱਦਾਂ ਵੀ ਤੁਹਾਨੂੰ ਕਿਸੇ ਨੂੰ ਚੰਗਾ ਲੱਗੇ ਉਹ ਤੇ ਅਸੀਂ ਤਾਂ ਉਹੀ ਮੈਂ ਕਹਿ ਦਿੰਦਾ ਬਿਲਕੁਲ। ਤੇ ਦੂਸਰਾ ਸੀਗਾ ਮੇਰੇ ਪਾਸ ਸਵਾਲ ਹੈਗਾ, ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ID ਡਾਕੂਮੈਂਟ ਦੀ ਗੱਲ ਕੀਤੀ ਹੈ, ਹੁਣ ਕਿਸੇ ਪਾਸ ਐਵੀਡੈਂਸ ਆਫ ਰੈਜ਼ੀਡੈਂਸ ਨਾ ਹੋਵੇ। ਹਾਂਜੀ, ਤੇ ਜਿੱਦਾਂ ਬੇਸਿਕਲੀ ਕੀ ਪਰ ਇਹ ਜਿੱਦਾਂ ਹੁਣ ਆਪਾਂ ਅੱਗੇ ਵੀ ਮੈਂ ਗੱਲਾਂ ਕਰਾਂਗਾ, ਥੀਸ ਆਰ ਵੈਰੀ ਇੰਪੋਰਟੈਂਟ ਡਾਕੂਮੈਂਟਸ ਨਾ ਇਹ। ਹਾਂਜੀ, ਤੁਹਾਨੂੰ ਜੇ ਤੁਸੀਂ ਇੱਥੇ ਰਹਿੰਦੇ ਹੈਗੇ ਤੁਹਾਨੂੰ ਪ੍ਰੂਫ ਦੇਣਾ ਪੈਂਦਾ ਹੈਗਾ ਵੀ ਬੇਸਿਕਲੀ ਤੇ ਜੇ ਤੁਸੀਂ ਉੱਥੇ ਕੰਮ ਕੀਤਾ ਹੈਗਾ ਤੇ ਤੁਸੀਂ ਇੱਥੇ ਜਿੱਦਾਂ ਉਹ ਸਕੀਮ ਜਿਹੜੀ ਚੱਲਦੀ ਹੈਗੀ ਆ ਉਹਦੇ 'ਚ ਤੁਸੀਂ ਆਪਣਾ ਨੈਸ਼ਨਲ ਇੰਸ਼ੋਰੈਂਸ ਨੰਬਰ ਜੇ ਤੁਸੀਂ ਪ੍ਰੋਵਾਈਡ ਕਰਦੇ ਹੈਗੇ ਤਾਂ ਤੁਹਾਨੂੰ ਦੇਣ ਦੀ ਲੋੜ ਨਹੀਂ ਹੁੰਦੀ ਇੰਨਾ ਉਹਦੇ ਵਿੱਚ, ਕਿਉਂਕਿ ਉਹ ਨੈਸ਼ਨਲ ਇੰਸ਼ੋਰੈਂਸ ਨੰਬਰ ਤੋਂ ਕਾਫੀ ਕਨੈਕਟ ਕਰ ਲੈਂਦੇ ਹੈਗੇ। ਪਰ ਕਈ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਪੁੱਛਦੇ ਵੀ ਹੈਗੇ, ਹਮੇਸ਼ਾ ਨਹੀਂ ਨੈਸ਼ਨਲ ਇੰਸ਼ੋਰੈਂਸ ਨੰਬਰ ਤੋਂ ਤੁਹਾਡਾ ਡਰਾਈਵ ਹੁੰਦੀ ਇਸ ਚੀਜ਼ ਤੇ ਉਹਦੇ ਵਿੱਚ ਫਿਰ ਤੁਹਾਨੂੰ ਜੇ ਕਹਿੰਦੇ ਹੈਗਾ ਤਾਂ ਤੁਹਾਨੂੰ ਸਾਰਾ ਪ੍ਰੂਫ ਦੇਣਾ ਪੈਂਦਾ ਹੈਗਾ ਵੀ ਪਿਛਲੇ 5 ਸਾਲ ਤੋਂ ਤੁਸੀਂ ਇੱਥੇ ਰਹਿੰਦੇ ਪਏ ਹੈਗੇ ਹੋ ਤੇ ਤੁਹਾਡੀ ਕੀ ਉਹਨਾਂ ਨੇ ਬੈਂਕ ਸਟੇਟਮੈਂਟਸ ਹੋ ਗਈਆਂ ਤੁਹਾਡੀਆਂ, ਤੁਹਾਡੇ ਕੰਮ ਦਾ ਪ੍ਰੂਫ ਹੋ ਗਿਆ, ਪੇ ਸਲਿਪਸ ਹੋ ਗਈਆਂ ਤੁਹਾਡੀਆਂ, ਤੁਹਾਡੇ ਬਿਲਸ ਵਗੈਰਾ ਹੋ ਗਏ ਸਾਰੇ, ਤੁਸੀਂ ਉਹਨਾਂ ਨੂੰ ਆਪਣੇ ਪ੍ਰੋਵਾਈਡ ਕਰਨੇ ਹੁੰਦੇ ਆ ਵੀ ਤੁਸੀਂ ਰੈਜ਼ੀਡੈਂਸੀ ਸ਼ੋਅ ਕਰਨੀ ਹੁੰਦੀ ਫਿਰ ਆਪਣੀ। ਪਰ ਇੱਕ ਗੱਲ ਤਾਂ ਜ਼ਰੂਰੀ, ਜਿਹੜੀ ਚੀਜ਼ ਵੀ ਤੁਸੀਂ ਅਪਲਾਈ ਕਰਦੇ ਹੋ ਉਹਦੇ ਰਿਕੁਆਇਰਮੈਂਟ ਡਾਕੂਮੈਂਟਸ ਹੁੰਦੇ ਨੇ, ਉਹ ਸਾਰੇ ਹੋਣ ਤੇ ਕੇਸ ਜ਼ਰਾ ਅੱਛਾ ਸਟਰੋਂਗ ਹੋ ਜਾਂਦਾ। ਹਾਂਜੀ, ਉਹ ਤੇ ਫਰਕ ਤੇ ਪੈਂਦਾ ਹੈ। ਫਿਰ ਤੁਹਾਨੂੰ ਉਹਨਾਂ ਨੇ ਆਨਲਾਈਨ ਪੋਰਟਲ ਬਣਾਇਆ ਹੈਗਾ, ਤੁਸੀਂ ਆਨਲਾਈਨ ਸਾਰਾ ਕੁਝ ਅਪਲੋਡ ਕਰ ਸਕਦੇ ਹੈਗੇ। ਉਹੀ ਨਾ, ਕਾਫੀ ਕੁਝ ਸਾਰਾ ਕੁਝ ਆਨਲਾਈਨ ਹੈਗਾ, ਤੁਹਾਨੂੰ ਫਿਜ਼ੀਕਲੀ ਤੁਹਾਨੂੰ ਪੋਸਟ ਕਰਨ ਦੀ ਜ਼ਰੂਰਤ ਨਹੀਂ ਹੈਗੀ, ਤੁਸੀਂ ਸਿੰਪਲੀ ਆਨਲਾਈਨ ਤੁਸੀਂ ਜਾ ਕੇ ਤੁਸੀਂ ਉਹਨਾਂ ਨੂੰ ਆਪਣੇ ਸਾਰਾ ਵੀ ਐਵੀਡੈਂਸ ਜਿਹੜਾ ਹੈਗਾ ਤੁਸੀਂ ਅਪਲੋਡ ਹੈ ਆਨਲਾਈਨ, ਦੈਟਸ ਆਲ। ਮੇਰਾ ਪਤਾ ਕੀ ਆਰਗੂਮੈਂਟ ਕਿ ਡਿਸਕਸ਼ਨ ਹੁੰਦੀ ਹੈ, ਕਿਉਂਕਿ ਜਿਹੜੇ ਬੋਲੇ ਟੈਕਨੀਕਲ ਜੌਬ ਹੁੰਦਾ ਹਮੇਸ਼ਾ ਐਡਵਾਈਸ ਲਵੋ, ਪ੍ਰੋਫੈਸ਼ਨਲ ਬੰਦੇ ਕੋਲੋਂ ਕਰਾਵੋ। ਹੁਣ ਤੁਸੀਂ ਕਿਤੇ ਜਾਣੇ ਕਾਰ ਦੇ ਵਿੱਚ ਕਿਸੇ ਨੂੰ ਰਸਤਾ ਪੁੱਛ ਲੈਂਦੇ ਹੋ ਜੀ, ਉਹ ਤੁਹਾਨੂੰ ਇੱਕ ਅੱਧੇ ਮਿੰਟ 'ਚ ਤੁਹਾਨੂੰ ਰਸਤਾ ਦੱਸ ਦਿੰਦਾ, ਖੱਬੇ ਲੈ ਲਈ ਸੱਜੇ ਲੈ ਲਈ, ਰਾਉਂਡ ਅਬਾਊਟ ਆਏਗਾ, ਲੇਕਿਨ ਜਦੋਂ ਤੁਸੀਂ ਪਹੁੰਚਦੇ ਉਹਦਾ ਹੁੰਦਾ ਨਹੀਂ ਹੈ। ਹਾਂਜੀ ਇਹ ਤਾਂ ਹੈ। ਕਿਆ ਜ਼ਬਰਦਸਤ ਐਗਜ਼ਾਮਪਲ ਹੈ, ਨਹੀਂ ਨਾ ਹੁੰਦਾ ਇਹ ਤੇ ਹੁੰਦਾ ਹੀ ਆ, ਜਿੱਦਾਂ ਵੀ ਅਸੀਂ ਤਾਂ ਚਲੋ ਜਿੰਨਾ ਕਿ ਦੱਸ ਸਕਦੇ ਹੈਗੇ ਇੱਥੇ ਉਹੀ ਨਾ, ਹਾਂ ਜਿੰਨਾ ਹੋ ਸਕੇ ਤੇ ਉਹ ਠੀਕ ਹੈ। ਜਿਹੜੀ ਹੈ ਤੁਸੀਂ ਯੂਰੋਪੀਅਨ ਸਕੀਮ ਦੀ ਗੱਲ ਕੀਤੀ ਹੈਗੀ ਆ, ਇਹ ਤਾਂ ਚਲੋ ਅਸੀਂ ਹਰ ਸ਼ੋਅ ਦੇ ਵਿੱਚ ਗੱਲ ਕਰ ਰਹੇ ਹੈਗੇ ਕਿ ਚਲੋ ਐਟਲੀਸਟ ਜਿੰਨੀ ਅਵੇਅਰਨੈਸ ਹੋ ਸਕੇ, ਕਿਉਂਕਿ ਇਹ 'ਚ ਟਾਈਮ ਥੋੜਾ ਆ ਹੁਣ, ਜਿੰਨੀ ਅਵੇਅਰਨੈਸ ਹੋ ਸਕੇ ਆਪਾਂ ਆਪਣੀ ਵਿਊਅਰਸ ਨੂੰ, ਆਪਣੀ ਸੰਗਤ ਨੂੰ ਜੇ ਅਸੀਂ ਕਰਾ ਸਕੀਏ ਤੇ ਉਹੀ ਬੈਸਟ ਹੈਗੀ ਆ। ਹੁਣ ਆਪਣੇ ਕਾਫੀ ਬੰਦੇ ਹੈਗੇ ਨੇ, ਮੈਂ ਸਪੈਸ਼ਲੀ ਜੇ ਗੱਲ ਕਰਾਂ ਇੰਡੀਆ ਤੋਂ ਆਏ, ਉਹਨਾਂ ਦੇ ਡਾਕੂਮੈਂਟਸ ਇੰਗਲਿਸ਼ ਨਾ ਹੋਣ ਤੇ ਉਹਦਾ ਵੀ ਤਾਂ ਫਰਕ ਪੈਂਦਾ। ਕੋਈ ਵੀ ਡਾਕੂਮੈਂਟ ਜਿਹੜਾ ਇੰਗਲਿਸ਼ ਦੇ ਵਿੱਚ ਨਹੀਂ ਹੈਗਾ ਉਹ ਐਕਸੈਪਟੇਬਲ ਨਹੀਂ ਹੋਣਾ, ਤੁਹਾਨੂੰ ਉਹ ਕਰਾਉਣੀ ਪੈਣੀ ਹੈਗੀ ਆ ਆਪਣਾ ਉਹਦੀ ਟ੍ਰਾਂਸਲੇਸ਼ਨ। ਜੇ ਪੰਜਾਬੀ ਦੇ ਵਿੱਚ ਹੈਗੀ ਹੈ ਉਹਦੀ ਟ੍ਰਾਂਸਲੇਸ਼ਨ ਤੁਹਾਨੂੰ ਕਰਾਉਣੀ ਪੈਣੀ, ਇੰਗਲਿਸ਼ ਦੇ ਵਿੱਚ, ਹਿੰਦੀ ਦੇ ਵਿੱਚ ਹੈਗੀ ਹੈ। ਅੱਛਾ, ਉਹ ਵਕੀਲਾਂ ਦੇ ਥਰੂ ਉਹ ਵੀ ਕਰਾਉਣੀ ਪਏਗੀ ਨਾ? ਨਹੀਂ, ਉਹ ਟ੍ਰਾਂਸਲੇਟਰ ਕੰਪਨੀਜ਼ ਹੁੰਦੀਆਂ ਹੈਗੀਆਂ ਕਾਫੀ, ਤੁਸੀਂ ਆਨਲਾਈਨ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੈਗੇ। ਕੋਈ ਵੀ ਤੁਹਾਡੇ ਲੋਕਲੀ ਜਿੰਨੇ ਆਪਣੇ ਜੇ ਵੀ ਤੁਹਾਡੇ ਕੋਈ ਵਕੀਲ ਹੈਗਾ ਤੁਸੀਂ ਉਹਨਾਂ ਦੀ ਗੱਲ ਕਰ ਸਕਦੇ ਹੋ, ਤੁਹਾਨੂੰ ਕੋਈ ਨਾ ਕੋਈ ਕੰਟੈਕਟ ਦੇ ਸਕਦਾ ਹੈਗਾ, ਕਿਉਂਕਿ ਸਾਡੇ ਕੋਲ ਜਿੱਦਾਂ ਹੈਗੀਆਂ ਟ੍ਰਾਂਸਲੇਟਰ ਕੰਪਨੀ UK 'ਚ ਹੈਗੀਆਂ ਜਿਨ੍ਹਾਂ ਨਾਲ ਅਸੀਂ ਰੈਫਰ ਕਰ ਦਿੰਦਾ ਹੈ। ਇੱਦਾਂ ਡਿਪੈਂਡ ਕਰਦਾ ਹੈਗਾ ਵੀ ਤੁਸੀਂ ਆਪਣੇ ਡਾਕੂਮੈਂਟਸ ਟ੍ਰਾਂਸਲੇਟ ਕਰਾ। ਸੋ ਇਟ ਹੈਜ਼ ਬੀਨ ਇੰਗਲਿਸ਼ 100%? ਇਟ ਹੈਜ਼ ਟੂ ਬੀ ਇੰਗਲਿਸ਼, ਹਾਂਜੀ। ਅੱਛਾ, ਜਦੋਂ ਤੁਸੀਂ ਇੰਗਲਿਸ਼ ਉਹਦੇ ਬੁਲਾ ਲੈਂਦੇ ਹੋ ਟ੍ਰਾਂਸਲੇਟ ਕਰਕੇ, ਤੇ ਜਿਹੜੀ ਪੰਜਾਬੀ ਦੀ ਉਹਨੂੰ ਅਟੈਚ ਕਰਨਾ ਚਾਹੀਦਾ ਨਾਲ ਕਿ ਇਕੱਲੇ ਇੰਗਲਿਸ਼ ਦੀ ਚੱਲੇਗੀ ਫਿਰ? ਨਹੀਂ, ਉਹ ਜਿਹੜੀ ਪੰਜਾਬੀ ਦੀ ਹੈਗੀ ਹੈ ਤੁਹਾਨੂੰ ਉਹ ਤਾਂ ਤੁਹਾਡਾ ਪ੍ਰਿੰਸੀਪਲ ਡਾਕੂਮੈਂਟ ਹੈ ਨਾ, ਉਹ ਪ੍ਰਿੰਸੀਪਲ ਹੈ ਨਾ, ਹਾਂਜੀ। ਉਹਦੇ ਨਾਲ ਤੁਹਾਨੂੰ ਉਹਦੀ ਟ੍ਰਾਂਸਲੇਸ਼ਨ ਤੁਸੀਂ ਸਟੇਪਲ ਕਰਕੇ ਉਹ ਅਟੈਚ ਕਰਕੇ ਆਪਣੀ ਕਵਰਿੰਗ ਲੈਟਰ ਵਿੱਚ ਤੁਸੀਂ ਐਕਸਪਲੇਨ ਕਰ ਸਕਦੇ ਹੈਗੇ ਵੀ ਆਹ ਚੀਜ਼ ਪੰਜਾਬੀ ਦੇ ਵਿੱਚ ਹੈਗੀ, ਇਹਦੀ ਟ੍ਰਾਂਸਲੇਸ਼ਨ ਨਾਲ ਲੱਗੀ ਹੋਈ ਹੈ ਇੱਥੇ, ਤੇ ਇਹ ਜ਼ਰੂਰੀ ਚੀਜ਼ ਹੈਗੀ ਹੈ, ਤੁਹਾਨੂੰ ਟ੍ਰਾਂਸਲੇਸ਼ਨ ਕਰਨੀ ਬਹੁਤ ਜ਼ਰੂਰੀ ਹੈਗੀ ਹੈ ਹਰ ਚੀਜ਼। ਪਰ ਜਿਹਨੂੰ ਇੱਕ ਗੱਲ ਹੋ ਰਹੀ ਹੈ ਨਾ, ਹੁਣ ਮੈਂ ਤਾਂ ਹੀ ਬਾਰ-ਬਾਰ ਵਕੀਲ ਦੀ ਗੱਲ ਕਰਦਾ, ਅਗਰ ਤੁਸੀਂ ਆਨਲਾਈਨ ਤੇ ਜਾਣੇ ਉਹਨੇ ਤੁਹਾਨੂੰ ਕਿਹਾ ਕਿ ਸਾਨੂੰ ਇਹ ਚੀਜ਼ ਦੇਵੋ, ਉਹ ਜੇ ਤੁਹਾਡੇ ਪਾਸ ਨਹੀਂ ਹੈ ਤੇ ਤੁਸੀਂ ਉਸ ਸਿਸਟਮ ਦੇ ਪ੍ਰੋਸੈਸ ਅੱਗੇ ਨਹੀਂ ਜਾ ਸਕਦੇ, ਬਿਕੋਜ਼ ਤੁਸੀਂ ਉਹਨੂੰ ਡਾਊਨਲੋਡ ਨਹੀਂ ਕਰ ਸਕਦੇ ਆਨਸਰ ਦੇ ਵਿੱਚ। ਤੁਸੀਂ ਇਦਾਂ ਫਿਰ ਜਿੱਦਾਂ ਤੁਸੀਂ ਨਹੀਂ, ਜਿੱਦਾਂ ਹੁਣ ID ਦੀ ਗੱਲ ਹੋ ਗਈ, ਉਹਨੇ ਕਿਹਾ ਕਿ ID ਤੇ ਤੁਹਾਡੇ ਪਾਸ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ, ਆਮ ਜਸਟ ਸੇਇੰਗ ਦੀ ਐਜ਼ ਐਨ ਐਗਜ਼ਾਮਪਲ, ਤੁਹਾਡੇ ਪਾਸ ਦੋਨੋਂ ਨਹੀਂ ਹੈਗੇ, ਪਰ ਉਹ ਕੁਐਸਚਨਰ ਤੁਹਾਨੂੰ ਅੱਗੇ ਜਾਣ ਦੇਗਾ ਕਿ ਤੁਹਾਨੂੰ ਯੂ ਹੈਵ ਟੂ ਆਨਸਰ ਦੇ। ਇਸੇ ਕਰਕੇ ਮੈਂ ਕਿਹਾ ਸੀਗਾ ਵੀ ਜਿੱਥੇ ਇੱਥੇ ਨਹੀਂ ਹੋ ਸਕਦਾ ਫਿਰ ਤੁਸੀਂ ਜਿਹੜੀ ਹੈ ਆਪਣੀ EU ਸੈਟਲਮੈਂਟ ਸਕੀਮ ਜਿਹੜਾ ਸਰਵਿਸ ਸੈਂਟਰ ਜਿਹੜਾ ਹੈਗਾ, ਤੁਸੀਂ ਕਸਟਮਰ ਸਰਵਿਸ ਦੇ ਵਿੱਚ ਤੁਸੀਂ ਫੋਨ ਕਰਕੇ ਉਹਨਾਂ ਨੂੰ ਆਪਣੀ ਐਕਸਪਲੇਨੇਸ਼ਨ ਦੇ ਸਕਦੇ ਹੈਗੇ। ਉੱਥੋਂ ਤੁਹਾਨੂੰ ਫਾਰਮ ਜੇ ਉਹਨਾਂ ਕੋਲ ਕੋਈ ਹੋਊਗਾ ਤੁਹਾਨੂੰ ਭੇਜ ਸਕਦੇ ਹੈਗੇ ਆਨਲਾਈਨ, ਤੇ ਜਾਂ ਤੁਹਾਨੂੰ ਉਹ ਵੀ ਇਹ ਕਹਿ ਸਕਦੇ ਹੈਗੇ ਜਿੱਦਾਂ ਮੈਂ ਹੁਣ ਐਕਸਪਲੇਨ ਕੀਤਾ ਸੀਗਾ ਵੀ ਤੁਸੀਂ ਸਿੰਪਲੀ ਆਪਣੀ ਐਪਲੀਕੇਸ਼ਨ ਨੂੰ
ਲਿਖ ਕੇ ਤੁਸੀਂ ਭੇਜ ਸਕਦੇ ਹੈਗੇ ਆ ਜਿਹੜੀ ਕੇਸ ਬ੍ਰੇਕਿੰਗ ਯੂਨਿਟ ਨੂੰ ਆਪਣੀ ਸਰਕਮਸਟੈਂਸਸ ਐਕਸਪਲੇਨ ਕਰਕੇ ਉਹ ਇੱਦਾਂ ਵੀ ਤੁਸੀਂ ਕਰ ਸਕਦੇ ਹੈਗੇ ਆ। ਪਰ ਤੁਹਾਨੂੰ ਵਨ ਵੇ ਔਰ ਦੀ ਅਦਰ 30 ਜੂਨ ਤੋਂ ਪਹਿਲੇ ਇਸ ਸਾਲ ਆਪਣੀਆਂ ਐਪਲੀਕੇਸ਼ਨਸ ਕੰਪਲੀਟ ਕਰਕੇ ਰੱਖਣੀਆਂ ਚਾਹੀਦੀਆਂ 30 ਜੂਨ ਤੋਂ ਪਹਿਲਾਂ ਜਿਹੜੀ 30 ਜੂਨ 2021 ਤੇ ਡੈਡਲਾਈਨ ਹੈਗੀ ਹੈ। ਈ ਸੈਟਲਮੈਂਟ ਸਕੀਮ ਉਸ ਤੋਂ ਬਾਅਦ ਬੰਦ ਹੋ ਜਾਊਗੀ ਫਿਰ, ਤੇ ਉਸ ਤੋਂ ਬਾਅਦ ਈ ਸੈਟਲਮੈਂਟ ਸਕੀਮ ਦੇ ਅੰਦਰ ਤੁਹਾਨੂੰ ਡਿਫਿਕਲਟ ਹੋ ਜਾਣਾ ਅਪਲਾਈ ਕਰਨਾ। ਬਾਅਦ 'ਚ ਕੀ ਕਾਨੂੰਨ ਆਉਂਦਾ ਹੈਗਾ ਫਿਰ ਅਸੀਂ ਆਪਣਾ ਅਪਡੇਟ ਕਰਾਂਗੇ ਜਦੋਂ ਆਊਗਾ, ਹਾਲੇ ਨਹੀਂ ਆਇਆ। ਅੱਛਾ, ਉਹ ਕਿੱਦਾਂ ਦਾ ਆਏਗਾ, ਕੀ ਆਏਗਾ, ਤੇ ਉਹ ਬਾਅਦ 'ਚ ਪਤਾ ਲੱਗੇਗਾ। ਹਾਂਜੀ, ਇਹ ਤਾਂ ਜਦੋਂ ਕਲੋਜ਼ ਜਾ ਕੇ ਦੱਸੂਗੇ ਤੁਹਾਨੂੰ ਵੀ ਕੀ ਉਹਨਾਂ ਨੇ ਚੇਂਜਸ ਕਰਨੀਆਂ ਹੈਗੀਆਂ, ਤੇ ਇਹਦੇ ਵਿੱਚ ਫਿਰ ਅਸੀਂ ਇਨਫੋਰਮ ਕਰਾਂਗੇ ਜਦੋਂ ਵੀ ਕੋਈ ਵੀ ਅਪਡੇਟ ਹੋਈ ਮੇਰੇ ਕੋਲੋਂ। ਐਸੇ ਕਰਕੇ ਬੇਸ਼ੱਕ ਹੈ ਨਾ, ਪਲੀਜ਼ ਕੀਪ ਵਾਚਿੰਗ ਦਿਸ ਪ੍ਰੋਗਰਾਮ ਐਵਰੀ ਮੰਡੇ 6 to 7 o'clock। ਅਗਰ ਤੁਹਾਨੂੰ ਕੁਛ ਨਹੀਂ ਵੀ ਕੰਮ ਵਗੈਰਾ ਹੈਗਾ ਇਮੀਗ੍ਰੇਸ਼ਨ ਦਾ, ਐਟਲੀਸਟ ਬੰਦੇ ਨੂੰ ਨੌਲੇਜ ਹੋ ਜਾਂਦੀ। ਅਗਰ ਤੁਹਾਡੇ ਕੋਲ ਰਿਸ਼ਤੇਦਾਰ ਤੁਹਾਨੂੰ ਪੁੱਛਦੇ ਨੇ, ਤੁਸੀਂ ਔਨ ਹੈਂਡ ਉਹਨੂੰ ਇਨਫੋਰਮੇਸ਼ਨ ਦੇ ਸਕਦੇ। ਹਾਂ, ਮੈਂ ਸੁਣਿਆ ਸੀ ਇਹ ਉਹਦਾ ਆਨਸਰ ਹੈਗਾ। ਔਰ ਬੈਸਟ ਹੁੰਦਾ ਕਿ ਤੁਸੀਂ ਕੋ ਕਾਲ ਚੱਲਣ ਤੇ ਪ੍ਰੋਗਰਾਮ ਦੇਖੋ। ਔਰ ਦੂਜੀ ਸਾਰਿਆਂ ਨੂੰ ਬੈਸਟ ਕਿਸੇ ਪਾਸ ਕੋਈ ਸਿਸਟਮ ਨਹੀਂ ਹੈਗਾ, ਆਈਪੈਡ ਨਹੀਂ ਹੈਗਾ, ਕੰਪਿਊਟਰ ਨਹੀਂ ਹੈਗਾ, ਤਾਂ ਕੰਮ ਕਰਨ ਨੂੰ ਬਹੁਤੀ ਨੌਲੇਜ ਨਹੀਂ ਹੈਗੀ IT ਦੀ। ਸਿੰਪਲ ਗੱਲ ਹੈਗੀ ਹੈ, ਕਾਲ ਚੱਲਣ ਦਾ ਨੰਬਰ ਲੈ ਕੇ 0121551001 ਕਾਲ ਕਰੋ ਤੇ ਅਸੀਂ ਤੁਹਾਨੂੰ ਇਕਬਾਲਦੀਪ ਜੀ ਦਾ ਨੰਬਰ ਦੇਵਾਂਗੇ ਤੇ ਉਹਨਾਂ ਨਾਲ ਤੁਸੀਂ 1-to-1 ਗੱਲ ਕਰ ਸਕਦੇ ਹੋ। ਇਕਬਾਲਦੀਪ ਜੀ, ਹੁਣ ਜੇ ਕੋਈ ਬੰਦਾ ਹੋਵੇ he stayed more than out of UK over 6 months, ਉਹਦਾ ਕੀ ਹੋ ਜਾਂਦਾ ਉਹਦਾ? ਹਾਂਜੀ, ਜਿੱਦਾਂ ਇਹ ਚੀਜ਼ ਜਿਹੜੀ ਹੈਗੀ ਆ ਵੀ ਜੇ ਤੁਹਾਡੀ ਆਊਟ ਆਫ UK ਜੇ ਤੁਸੀਂ ਇਹ ਬੇਸਿਕਲੀ ਕੰਟੀਨਿਊਸ ਰੈਜ਼ੀਡੈਂਸੀ ਦੇ ਵਿੱਚ ਆਉਂਦਾ ਹੈਗਾ ਵੀ ਜੇ ਤੁਸੀਂ ਇੱਥੇ ਰਹਿੰਦੇ ਹੈਗੇ ਤੇ 6 ਮਹੀਨੇ ਤੋਂ ਜ਼ਿਆਦਾ ਜੇ ਤੁਹਾਡੀ ਸਟੇ ਆਊਟਸਾਈਡ ਹੁੰਦੀ ਹੈ ਤੇ ਤੁਹਾਡੀ ਉਹ ਫਿਰ ਉਹ ਕਹਿੰਦੇ ਹੈਗੇ ਤੁਹਾਡੀ ਬ੍ਰੇਕ ਹੈਗੀ ਕੰਟੀਨਿਊਸ ਰੈਜ਼ੀਡੈਂਸ ਦੇ ਵਿੱਚ, ਤੇ ਉਹਦੇ ਵਿੱਚ ਫਿਰ ਤੁਹਾਡੀਆਂ ਕਾਫੀ ਜਿਹੜੀਆਂ ਤੁਹਾਡੀਆਂ ਕੁਆਲੀਫਿਕੇਸ਼ਨ ਜਿਹੜੀਆਂ ਹੁੰਦੀਆਂ, ਤੁਸੀਂ ਇੰਡੈਫੀਨਿਟਲੀ ਟੂ ਰਿਮੇਨ ਵਾਸਤੇ ਜਾਂ ਕੋਈ ਹੋਰ ਕ੍ਰਾਈਟੀਰੀਆ ਦੇ ਅੰਡਰ ਜੇ ਤੁਹਾਡੀ ਬ੍ਰੇਕ ਆ ਜਾਂਦੀ ਹੈਗੀ ਆ ਤੇ ਫਿਰ ਤੁਹਾਡੀ ਜਿਹੜੀ ਇੰਡੈਫੀਨਿਟ ਜਿਹੜੀ ਪਰਮਨੈਂਟ ਸਟੈਂਪ ਜਿਹੜੀ ਹੈਗੀ ਉਹ ਲੇਟ ਹੋ ਸਕਦੀ ਆ। ਤੇ ਪਰ ਕੋਵਿਡ ਕਰਕੇ ਅੱਜ ਕੱਲ੍ਹ ਉਹਨਾਂ ਨੇ ਕੰਸੈਸ਼ਨ ਸ਼ੁਰੂ ਕੀਤਾ ਹੈਗਾ ਵੀ ਜੇ ਤੁਹਾਡੀ ਜਿਹੜੀ ਸਟੇ 6 ਮਹੀਨੇ ਤੋਂ ਜ਼ਿਆਦਾ ਕੋਵਿਡ ਕਰਕੇ ਹੋਈ ਹੈਗੀ ਆ ਤਾਂ ਫਿਰ ਉਹ ਵੀ ਮੇਰਾ ਨੈਕਸਟ ਸਵਾਲ ਸੀਗਾ ਕਿ ਉਹਦਾ ਕੰਸੈਸ਼ਨ ਤਾਂ ਹੋਏਗਾ ਨਾ। ਕੋਵਿਡ ਇਜ਼ ਵਨ ਆਫ ਦ ਗੁੱਡ ਰੀਜ਼ਨਸ ਟੂ ਗਿਵ। ਉਦੋਂ ਬਾਅਦ ਤਾਂ ਹਾਂਜੀ ਹੋਰ ਹੋ ਸਕਦੇ ਨੇ, ਕੋਈ ਫੈਮਿਲੀ ਇਸ਼ੂ ਹੋ ਸਕਦੀ ਹੈ, ਕੋਈ ਫੈਮਿਲੀ 'ਚ ਡੈਥ ਹੋ ਸਕਦੀ ਹੈ, ਹਾਂਜੀ ਸਮ ਅਦਰ ਰੀਜ਼ਨਸ ਹੋ ਸਕਦੇ, ਬਿਮਾਰ ਹੋ ਸਕਦਾ ਬੰਦਾ ਜਾ ਕੇ। ਉਹਨਾਂ ਨੇ ਕੋਵਿਡ ਨੂੰ ਕਿਹਾ ਹੈਗਾ ਵੀ ਜੇ ਤੁਹਾਡੀ ਕੋਵਿਡ ਕਰਕੇ ਤੁਸੀਂ ਆਪਣੀ ਕੰਟਰੀ 'ਚ ਤੁਸੀਂ ਟਰੈਵਲ ਨਹੀਂ ਕਰ ਸਕੇ ਤੇ ਜੇ ਤੁਸੀਂ ਵਾਪਸ ਨਹੀਂ ਆ ਸਕੇ, ਤੁਹਾਡੀ ਟਰੈਵਲ ਬੈਨ ਸੀਗਾ, ਰਿਸਟ੍ਰਿਕਸ਼ਨ ਸੀਗੀਆਂ, ਤੁਹਾਡੀ ਕਈ ਕੰਟਰੀਆਂ ਕੋਰੀਡੋਰ 'ਚ ਆਉਂਦੀਆਂ ਹੈਗੀਆਂ ਜਿੱਥੋਂ ਦੀ ਤੁਹਾਨੂੰ ਹਲੇ ਫਲਾਈਟਸ ਵਗੈਰਾ ਜਿੱਦਾਂ ਸਸਪੈਂਡ ਹੋਈਆਂ ਆ ਤੇ ਆਵਾਜਾਈ ਘੱਟ ਹੈਗੀ ਆ, ਤੇ ਜੇ ਉਸ ਰੀਜ਼ਨ ਕਰਕੇ ਤੁਹਾਡੀ ਉਹਨਾਂ ਨੇ ਕਿਹਾ ਹੈਗਾ ਵੀ ਜੇ ਬ੍ਰੀਚ ਹੋਈ ਹੈਗੀ ਕੰਟੀਨਿਊਸ ਰੈਜ਼ੀਡੈਂਸ ਫਿਰ ਤੇ ਉਹ ਕੰਸੈਸ਼ਨ ਦੇ ਵਿੱਚ ਆਉਂਦੀ ਹੈਗੀ ਆ ਫਿਰ। ਪਰ ਤੁਹਾਨੂੰ ਐਕਸਪਲੇਨ ਕਰਨਾ ਪਊਗਾ ਜਦੋਂ ਵੀ ਤੁਸੀਂ ਉਸ ਸਟੇਜ ਤੇ ਪਹੁੰਚੋਗੇ। ਆਪਣੇ ਡੇਟਸ ਵਗੈਰਾ ਸਾਰੀਆਂ ਯਾਦ ਰੱਖਿਓ ਵੀ ਕਦੋਂ ਕੀ ਹੋਇਆ ਸੀਗਾ। ਜਦੋਂ ਤੁਸੀਂ ਇੰਡੈਫੀਨਿਟ ਅਪਲਾਈ ਕਰਨੀ ਹੈਗੀ ਉਹਨਾਂ ਚੀਜ਼ਾਂ ਦੀ ਇਹ ਲੋੜ ਪਊਗੀ ਫਿਰ ਉਦੋਂ। ਪਰ ਸ਼ੁਰੂਆਤ 'ਚ ਮੈਂ ਕਿਹਾ ਸੀਗਾ ਰੱਬ ਨਾ ਕਰੇ, ਕਿਉਂਕਿ ਜਿਹੜੀ ਬਿਮਾਰੀ ਬੜੀ ਭਿਆਨਕ ਬਿਮਾਰੀ ਹੈ, ਲੇਕਿਨ ਕੋਵਿਡ ਕਰਕੇ ਗਵਰਨਮੈਂਟ ਨੇ ਕਾਫੀ ਈਜ਼ ਆਊਟ ਕੀਤਾ ਪਿਆ ਗਿਆ। ਕਿਤੇ ਬੜੀ ਮਦਦ ਕਰਨ ਨੂੰ ਤਿਆਰ ਹੈਗੇ, ਕਿਸੇ ਦਾ ਉਹਦੇ ਨਾਲ ਕੋਈ ਕਨੈਕਸ਼ਨ ਹੈਗੀ ਕੋਵਿਡ ਦੀ ਕਿਸੇ ਨਾ ਕਿਸੇ ਤੇ। ਇਹ 'ਚ ਕੋਈ ਸ਼ੱਕ ਨਹੀਂਗਾ। ਉਹਨਾਂ ਨੇ ਬਹੁਤ ਜ਼ਿਆਦਾ ਜਿੱਦਾਂ ਕੰਸੈਸ਼ਨਸ ਕੱਢੇ ਹੈਗੇ ਆ, ਉਹਨਾਂ ਨੇ ਬੰਦਿਆਂ ਦੇ ਜਿੱਦਾਂ ਮਾਈਗ੍ਰੈਂਟਸ ਦੇ ਹਾਲਾਤਾਂ ਨੂੰ ਸਮਝਿਆ ਹੈਗਾ ਵੀ ਹਰ ਚੀਜ਼ ਦੀ ਉਹ ਕੋਸ਼ਿਸ਼ ਕਰ ਰਹੇ ਹੈਗੇ ਆ ਪ੍ਰੋਵੀਜ਼ਨਸ ਬਣਾਉਣ ਦੀ। ਜੇ ਆਹ ਸਰਕਮਸਟੈਂਸਿਸ ਹੈਗੇ ਆ ਤੇ ਤੁਸੀਂ ਇੱਦਾਂ ਕਰ ਸਕਦੇ, ਤੇ ਆਹ ਸਰਕਮਸਟੈਂਸਿਸ ਹੈਗੇ ਤੁਸੀਂ ਇੱਦਾਂ ਕਰ ਸਕਦੇ। ਇਹ ਕਈ ਚੀਜ਼ਾਂ ਉਹਨਾਂ ਨੇ ਉਹਦੇ ਆਪਣੀ ਪਾਲਿਸੀਜ਼ ਦੇ ਵਿੱਚ ਇਨਕਲੂਡ ਕੀਤੀਆਂ ਹੈਗੀਆਂ ਆ, ਜਿਹਦੇ ਵਿੱਚ ਕੋਵਿਡ ਦੇ ਕਰਕੇ ਉਹਨਾਂ ਨੇ ਕਾਫੀ ਲੀਨੀਐਂਸੀ ਰੱਖੀ ਹੈਗੀ ਆ, ਫਲੈਕਸੀਬਿਲਿਟੀ ਰੱਖੀ ਹੈਗੀ ਆ। ਟਰਾਈ ਕਰ ਰਹੇ ਹੈਗੇ ਜਦੋਂ ਕੋਈ ਚੀਜ਼ ਸਾਹਮਣੇ ਆਉਂਦੀ ਹੈਗੀ ਆ, ਪਾਲਿਸੀਆਂ ਆ ਰਹੀਆਂ ਹੈ, ਕਾਫੀ ਆਈਆਂ ਵੀ ਹੈਗੀਆਂ, ਹਾਲੇ ਵੀ ਅੱਗੇ ਵਧਾਉਂਦੇ ਪਏ ਹੈਗੇ ਆ ਕਿਉਂਕਿ ਫਿਰ ਲੋਕਡਾਊਨ ਹੋਇਆ ਹੈਗਾ। ਹੁਣ ਜਿੱਦਾਂ ਹੁਣ ਕਾਫੀ ਚੀਜ਼ਾਂ ਉਹਦੇ ਵਿੱਚ ਉਹਨਾਂ ਨੇ ਇੰਟਰੋਡਿਊਸ ਕੀਤੀਆਂ ਹੈਗੀਆਂ ਤੇ ਚਲੋ ਇਟਸ ਅ ਗੁੱਡ ਥਿੰਗ। ਚੰਗੀ ਗੱਲ ਆ ਵੀ ਉਸ ਜਿੱਦਾਂ ਬੰਦੇ ਦੀ ਮਜਬੂਰੀ ਨੂੰ ਸਮਝਦੇ ਹੈਗੇ ਆ ਤੇ ਚੰਗੀ ਗੱਲ ਤਾਂ ਹੈਗੀ ਆ। ਨਹੀਂ, ਬਿਕਾਜ਼ ਆਬਵੀਅਸਲੀ ਬੜੀ ਸੀਰੀਅਸ ਇਸ਼ੂ ਹੈਗਾ ਕੋਵਿਡ ਦਾ, ਸਾਰੀ ਦੁਨੀਆ 'ਚ ਇਹ ਬਿਮਾਰੀ ਹੈਗੀ। UK ਤੇ ਸਾਰਿਆਂ ਨੂੰ ਖਰਾਬ ਹੈਗੀ ਹੈ ਜੇ ਦੇਖਿਆ ਗਿਆ, ਤੇ ਗਵਰਨਮੈਂਟ ਉਹਦੇ ਨਾਲ ਬੜੀ ਸਿੰਪਥੈਟਿਕ ਹੈਗੀ ਆ। ਥੋੜ੍ਹੇ ਜਿਹੇ ਡਿਸੀਜਨ ਬਣਾਉਣ ਦੇ ਵਿੱਚ ਵੀ ਮੇਬੀ ਈਜ਼ ਆਊਟ ਹੋਏ ਨੇ। ਐਕਸਪੀਰੀਅੰਸ ਤੋਂ ਪਤਾ ਲੱਗਦਾ ਲੋਕਾਂ ਦਾ ਕਾਫੀ, ਬਿਕਾਜ਼ ਦਿਸ ਇਜ਼ ਦ ਰਾਈਟ ਟਾਈਮ। ਆਫਿਸਿਸ ਖੁੱਲ੍ਹੇ ਨੇ, ਵਕੀਲ ਖੁੱਲ੍ਹੇ ਨੇ, ਸਰਵਿਸਿਜ਼ ਔਨ ਹੈਂਡ। ਸੋ ਨੋ ਐਕਸਕਿਊਜ਼ ਕਿ ਜੋ ਵੀ ਤੁਸੀਂ ਕੰਮ ਕਰਨਾ ਉਹਦੇ ਕੋਈ ਡਿਲੇ ਨਹੀਂ ਹੋਣੀ ਚਾਹੀਦੀ। ਹਾਂਜੀ ਦੱਸਿਆ ਜਿੱਦਾਂ ਅਸੀਂ ਕਹਿ ਰਹੇ ਹੈਗੇ ਕਾਫੀ ਦੇਰ ਦੇ ਵਿੱਚੋਂ ਸਾਰਾ ਕੁਝ ਹੁਣ ਆਨਲਾਈਨ ਹੈਗਾ ਤੁਹਾਨੂੰ। ਠੀਕ ਹੈ, ਤੁਸੀਂ ਕਈ ਚੀਜ਼ਾਂ ਹੁਣ ਬੰਦ ਵੀ ਹੈਗੀਆਂ, ਜਿੱਦਾਂ VFS ਸੈਂਟਰ ਬੰਦ ਹੈਗਾ ਪਰ ਜਿੱਦਾਂ 20th ਨੂੰ ਖੋਲ੍ਹਣਾ ਹੈਗਾ, ਪਰ ਫਿਰ ਵੀ ਆਨਲਾਈਨ ਸਿਸਟਮ ਉਹਨਾਂ ਦੇ ਚਲੋ ਸਲੋ ਹੈ ਪਰ ਫਿਰ ਵੀ ਥੋੜ੍ਹਾ ਬਹੁਤਾ ਤੇ ਉਹ ਚੱਲ ਰਿਹਾ। ਚਲੋ ਤੁਸੀਂ ਜਿਹੜੇ ਵਿੱਚ ਤੁਹਾਡੀ ਐਪਲੀਕੇਸ਼ਨ ਤੁਸੀਂ ਕਰਨੀ ਹੈਗੀ ਹੈ ਤਾਂ ਤੁਸੀਂ ਕਰ ਸਕਦੇ ਹੈਗੇ ਫਿਰ। ਬਹੁਤ ਅੱਛੇ। ਉਹਨਾਂ ਦੀ ਕੋਵਿਡ ਦੀ ਗੱਲ ਕਰਦੇ ਆ ਇਕਬਾਲਦੀਪ ਜੀ, ਕੋਵਿਡ ਦੀ 19 ਦੀ ਐਡਵਾਈਸ ਫॉर UK ਵੀਜ਼ਾ ਐਪਲੀਕੈਂਟਸ ਐਂਡ ਟੈਂਪਰੇਰੀ ਜਿਹੜੇ ਹੈਗੇ ਨੇ UK ਰੈਜ਼ੀਡੈਂਟਸ PDF, ਉਹਨਾਂ ਦਾ ਕੀ ਹਿਸਾਬ ਹੈਗਾ? ਹਾਂਜੀ, ਇਹ ਡਿਪੈਂਡ ਕਰੂਗਾ ਤੁਹਾਡੇ ਸਰਕਮਸਟੈਂਸਿਸ ਕੀ ਹੈਗੇ ਆ ਵੀ ਜੇ ਤੁਸੀਂ ਉਹ ਕਹਿੰਦੇ ਹੈਗੇ ਜੇ ਤੁਸੀਂ
UK ਦੇ ਵਿੱਚ ਜੇ ਤੁਸੀਂ ਹੈਗੇ ਹੋ ਤਾਂ ਤੁਹਾਡਾ 1 ਜਨਵਰੀ ਤੋਂ ਲੈ ਕੇ 28 ਫਰਵਰੀ ਦੇ ਵਿੱਚ ਜੇ ਤੁਹਾਡਾ ਵੀਜ਼ਾ ਰਨ ਆਊਟ ਹੋ ਰਿਹਾ ਹੈਗਾ ਵੀ ਤੁਸੀਂ ਆਪਣੀ ਕੰਟਰੀ ਨਹੀਂ ਛੱਡ ਸਕਦੇ ਹੈਗੇ, ਤੇ ਉਹਨਾਂ ਨੇ ਇੱਕ ਆਪਣੀ ਕਰੋਨਾ ਵਾਇਰਸ ਇੰਸ਼ੋਰੈਂਸ ਟੀਮ ਦੀ ਇੱਕ ਉਹਨਾਂ ਨੇ ਕਿਹਾ ਹੈਗਾ ਵੀ ਤੁਸੀਂ ਆਪਣੀ ਜਿਹੜੀ ਤੁਹਾਡੀ ਡਿਟੇਲ ਜਿਹੜੀ ਹੈਗੀ ਆ ਇੱਕ ਪਰਟੀਕੂਲਰ ਈਮੇਲ ਐਡਰੈਸ ਹੈਗਾ, ਤੁਸੀਂ ਉੱਥੇ ਦੇ ਸਕਦੇ ਹੈਗੇ ਹੋ, ਜਿਹਦੇ ਵਿੱਚ ਤੁਹਾਡਾ ਨਾਮ, ਡੇਟ ਆਫ ਬਰਥ, ਨੈਸ਼ਨੈਲਿਟੀ, ਤੁਹਾਡੇ ਹੋਮ ਆਫਿਸ ਦੇ ਤੁਹਾਨੂੰ ਰੈਫਰੈਂਸ ਨੰਬਰ ਜੇ ਤੁਹਾਡੇ ਕੋਲ ਹੈਗਾ, ਤੁਹਾਡਾ ਟਾਈਪ ਆਫ ਵੀਜ਼ਾ ਕੀ ਹੈਗਾ ਤੇ ਤੁਹਾਡੀ ਐਕਸਪਾਇਰੀ ਡੇਟ ਕੀ ਹੈਗੀ ਵੀਜ਼ਾ ਦੀ, ਤੇ ਉਹਦੇ ਵਿੱਚ ਤੁਸੀਂ ਉਹਨਾਂ ਨੂੰ ਆਪਣਾ ਰਿਕੁਐਸਟ ਫॉर ਐਨ ਇੰਸ਼ੋਰੈਂਸ ਜਿੱਦਾਂ ਐਸ਼ੋਰੈਂਸ ਹੁੰਦੀ ਆ, ਉਹ ਕਹਿੰਦੇ ਤੁਹਾਨੂੰ ਅਸੀਂ ਵੀਜ਼ਾ ਤੁਹਾਡਾ ਮੋਰੇ ਵਧਾਵਾਂਗੇ, ਤੁਹਾਨੂੰ ਓਵਰਸੀ ਨਹੀਂ ਅਸੀਂ ਕਾਊਂਟ ਕਰਾਂਗੇ। ਉਹਨਾਂ ਨੇ ਜੇ ਕੋਈ ਵੀ ਰਿਸ਼ਤੇਦਾਰ ਤੁਹਾਡੇ ਆਏ ਹੈਗੇ ਇੱਥੇ ਵੀ ਤੇ ਰਿਸਟ੍ਰਿਕਸ਼ਨਸ ਕਰਕੇ ਜੇ ਨਹੀਂ ਇੰਡੀਆ ਜਾ ਸਕੇ ਇਹਨਾਂ ਦਿਨਾਂ ਦੇ ਵਿੱਚ, ਤੇ ਉਹਨਾਂ ਨੇ ਇਹਦੇ ਵਾਸਤੇ ਕੰਸੈਸ਼ਨ ਕੱਢਿਆ ਹੈਗਾ, ਜਿਹੜੀ ਕਿ ਡੇਟ 1 ਜਨਵਰੀ ਤੋਂ ਲੈ ਕੇ 28 ਫਰਵਰੀ ਦੇ ਵਿੱਚ ਉਹਨਾਂ ਨੇ ਦਿੱਤੀ ਹੈਗੀ ਆ। ਤੇ ਤੁਸੀਂ ਇਸ ਦੌਰਾਨ ਜੇ ਤੁਸੀਂ ਨਹੀਂ ਜਾ ਸਕੇ ਤਾਂ ਤੁਹਾਨੂੰ ਉਹਨਾਂ ਨੇ ਕਿਹਾ ਹੈਗਾ ਵੀ ਤੁਸੀਂ ਸਾਨੂੰ ਐਪਲੀਕੇਸ਼ਨ ਆਪਣੀ ਡਿਟੇਲ ਦੇ ਸਕਦੇ ਹੋ, ਅਸੀਂ ਤੁਹਾਡੀ ਵਧਾ ਦਿਆਂਗੇ ਤੁਹਾਡੀ ਸਟੇ, ਉਹਨਾਂ ਨੇ ਪ੍ਰੋਵੀਜ਼ਨ ਦਿੱਤੀ ਹੈਗੀ ਆ। ਪਰ ਟਾਈਮ ਬੜਾ ਥੋੜਾ 28 ਫਰਵਰੀ ਤੱਕ ਹੈ ਨਾ? ਹਾਂਜੀ, ਇਹ ਜੋ ਉਹਨਾਂ ਦੀ ਪਾਲਿਸੀ ਹੈਗੀ ਆ ਅਸੀਂ ਤਾਂ ਉਹੀ ਅਸੀਂ ਦੱਸ ਸਕਦੇ ਹਾਂ ਕਿ ਇਹ ਇਸ ਵੇਲੇ ਇਹੀ ਪਾਲਿਸੀ ਹੈਗੀ ਆ। ਮੇ ਬੀ ਜੇ 28 ਤੱਕ ਹੋਪਫੁਲੀ ਮੇ ਬੀ ਇਹਨਾਂ ਦਾ ਪਲਾਨ ਹੋ ਸਕਦਾ ਵੀ ਵੈਕਸੀਨੇਸ਼ਨ ਚੱਲਦੀ ਹੈਗੀ ਆ, ਮੇ ਬੀ ਥਿੰਗਸ ਮਾਈਟ ਜਸਟ ਗੈਟ ਬੈਟਰ ਬਿਫੋਰ 28 ਤੇ ਉਹ ਤਾਂ ਕਰਕੇ ਉਹ ਮੇ ਬੀ ਹੋ ਸਕਦਾ ਹੈਗਾ। ਤੇ ਜੇ ਉਨੀ ਦੇਰ ਤੱਕ ਜੇ ਨਹੀਂ ਸੋਰਟ ਆਊਟ ਹੋਇਆ ਮੇ ਬੀ ਉਹ ਅੱਗੇ ਐਕਸਟੈਂਸ਼ਨ ਵੀ ਦੇ ਸਕਦੇ ਹੈਗੇ ਇਸ ਚੀਜ਼ ਦੀ। ਇਹ ਡਿਪੈਂਡ ਕਰੂਗਾ ਵੀ ਕਿੱਦਾਂ ਪ੍ਰੋਗਰੈਸ ਹੁੰਦੀ ਆ, ਵੈਕਸੀਨੇਸ਼ਨ ਚੱਲਦੀ ਹੈਗੀ ਆ ਤੇ ਕਿੰਨੀ ਕੁ ਕਰੋਨਾ ਵਾਇਰਸ ਤੇ ਕਿੰਨੀ ਕੰਟਰੋਲ ਹੋ ਸਕਦੀ ਹੈਗੀ ਆ, ਤੇ ਇਹਨਾਂ ਚੀਜ਼ਾਂ ਨੂੰ ਦੇਖਣਾ ਪੈਣਾ ਹੈਗਾ ਉਹਨਾਂ ਨੂੰ। ਉਹ ਵਾਇਰਸ ਦੀ ਕੰਟਰੋਲ ਕਰਕੇ ਇਹਨਾਂ ਨੇ ਹੁਣ ਗਵਰਨਮੈਂਟ ਨੇ ਪ੍ਰਾਈਮ ਮਿਨਿਸਟਰ ਨੇ ਸਪੀਚ ਦੇਣੀ ਹੈ ਮੈਨੂੰ ਲੱਗਦਾ ਸੈਕੰਡ ਵੀਕ ਇਨਟੂ ਦ ਫੈਬਰੂਰੀ ਕਿ ਲਾਕਡਾਊਨ ਬਾਰੇ ਕੀ ਹੋ ਰਿਹਾ, ਵਦਰ ਦੇ ਨੂੰ ਈਜ਼ ਡਾਊਨ, ਕੁਝ ਖੋਲਣਗੇ ਨਹੀਂ ਖੋਲਣਗੇ, ਤੇ ਉਦੋਂ ਬਾਅਦ ਫਿਰ ਇਹਨਾਂ ਚੀਜ਼ਾਂ ਨੂੰ ਵੀ ਤਾਂ ਫਰਕ ਪਏਗਾ ਨਾ ਫਿਰ। ਹਾਂਜੀ, ਉਹ ਕਰੀ ਜਾਂਦੇ ਪਏ ਹੈਗੇ ਜਿੰਨਾ ਕੁ ਉਹਨਾਂ ਨੂੰ ਸਮਝ ਆਉਂਦੀ ਹੈਗੀ ਆ, ਜਿੰਨਾ ਸਿਚੁਏਸ਼ਨਸ ਆਉਂਦੀਆਂ ਹੈਗੀਆਂ ਮੋਰੇ ਉਸ ਹਿਸਾਬ ਨਾਲ ਫਿਰ ਉਹ ਅਪਡੇਟਸ ਕਰੀ ਜਾਂਦੇ ਹੈਗੇ ਆ। ਤੇ ਕੋਵਿਡ ਦੇ ਕਾਫੀ ਕੰਸੈਸ਼ਨਸ ਹੈਗੇ, ਤੁਸੀਂ ਆਪਣਾ ਜੇ ਤੁਸੀਂ ਨਹੀਂ ਟਰੈਵਲ ਕਰ ਸਕੇ, ਜਿੱਦਾਂ ਕੋਈ ਮਾਂ-ਬਾਪ ਹੋ ਸਕਦੇ ਕਿਸੇ ਦੇ, ਉਹਨਾਂ ਨੂੰ ਰੱਬ ਨਾ ਕਰੇ ਕਿਸੇ ਨੂੰ ਇੱਥੇ ਆਇਆ ਨੂੰ ਕਰੋਨਾ ਹੋ ਗਈ ਹੋਵੇ ਤੇ ਫਿਰ ਟਰੈਵਲ ਨਹੀਂ ਕਰ ਸਕਦੇ ਹੈਗੇ ਨੈਚੁਰਲੀ। ਹਾਂਜੀ, ਫਿਰ ਉਹਦੇ ਵਾਸਤੇ ਉਹਨਾਂ ਨੇ ਇੱਦਾਂ ਘਬਰਾਉਣ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਉਹਨਾਂ ਨੇ ਪ੍ਰੋਵੀਜ਼ਨ ਛੱਡੀ ਹੈਗੀ ਹੈ ਵੀ ਤੁਸੀਂ ਜਿਹੜੀ ਕਰੋਨਾ ਵਾਇਰਸ ਜਿਹੜੀ ਇੰਸ਼ੋਰੈਂਸ ਜਿਹੜੀ ਟੀਮ ਹੈਗੀ ਆ, ਤੁਸੀਂ ਆਪਣੀ ਸਰਕਮਸਟੈਂਸਿਸ ਉਹਨਾਂ ਨੂੰ ਤੁਸੀਂ ਦੱਸ ਕੇ ਤੁਸੀਂ ਆਪਣੇ ਕਿਸੇ ਵੀ ਰਿਸ਼ਤੇਦਾਰ ਦਾ ਜਾਂ ਕਿਸੇ ਵੀ ਜਦੋਂ ਤੁਹਾਡੇ ਮਾਂ-ਬਾਪ ਆਏ ਹੋਣ ਜਾਂ ਕੋਈ ਵੀ ਆਇਆ ਹੋਵੇ ਤੁਹਾਨੂੰ, ਤਾਂ ਤੁਸੀਂ ਉਹਦਾ ਵੀਜ਼ਾ ਵਧਾ ਸਕਦੇ ਹੈਗੇ ਹੋ। ਜਿਹੜਾ ਵਿਜ਼ਿਟਰ ਵੀ ਉਹਨੂੰ ਤੁਸੀਂ ਐਕਸਟੈਂਡ ਕਰਾ ਸਕਦੇ ਹੈਗੇ ਫਿਲਹਾਲ। ਇਹ ਚੀਜ਼ਾਂ ਉਹੀ ਨਾ ਇੱਕ ਬਿਮਾਰੀ ਤੇ ਭੈੜੀ ਹੈ ਦੇਖੋ, ਪਰ ਉਹਦੇ ਨਾਲ ਦੇਖੋ ਗਵਰਨਮੈਂਟ ਕਿੰਨਾ ਕੰਸੈਸ਼ਨ ਦੇ ਰਹੀ ਹੈ, ਕਿੰਨਾ ਸਿੰਪਥਾਈਜ਼ ਹੋ ਰਹੇ ਨੇ, ਤੁਹਾਡੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨ ਦੀ ਮਦਦ ਕਰ ਰਹੇ ਨੇ। ਯਾ ਹੋਰ ਕੁਛ ਇਹਦੇ ਵਿੱਚ ਕੀ ਹੈਗਾ ਕਿ ਕੋਵਿਡ ਦੇ ਵਿੱਚ ਕੰਸੈਸ਼ਨ ਦੇ ਵਿੱਚ? ਇਹਦੇ ਵਿੱਚ ਹੋਰ ਵੀ ਕਾਫੀ ਕੰਸੈਸ਼ਨ ਹੈਗੇ ਆ ਵੀ ਉਹ ਜੇ ਅਗਲਾ ਕੰਸੈਸ਼ਨ ਉਹਨਾਂ ਨੇ ਇਹ ਵੀ ਰੱਖਿਆ ਹੈਗਾ ਵੀ ਜੇ ਤੁਸੀਂ ਜੇ ਰਹਿਣਾ ਚਾਹੁੰਦੇ ਹੈਗੇ ਆ UK ਦੇ ਵਿੱਚ ਵੀ ਤੁਸੀਂ ਇੱਥੋਂ ਵੀ ਤੁਸੀਂ ਐਪਲੀਕੇਸ਼ਨ ਦੇ ਸਕਦੇ ਹੈਗੇ ਹੋ। ਜੇ ਤੁਹਾਨੂੰ ਕੋਈ ਮੈਡੀਕਲ ਪ੍ਰੋਬਲਮ ਆਈ ਹੈਗੀ ਆ ਜਾਂ ਤੁਹਾਡੀ ਕੋਈ ਸਰਕਮਸਟੈਂਸਸ ਚੇਂਜ ਹੋ ਗਏ ਹੈਗੇ ਆ ਵੀ ਤੁਸੀਂ ਆਪਣੀ ਕੰਟਰੀ ਨਹੀਂ ਜਾ ਸਕਦੇ ਹੈਗੇ, ਤੇ ਤੁਸੀਂ ਇੱਥੋਂ ਦੀ ਹੀ ਤੁਸੀਂ ਆਪਣੀ ਐਪਲੀਕੇਸ਼ਨ ਦੇ ਸਕਦੇ ਹੈਗੇ ਹੋ। ਇਹਦੇ ਵਿੱਚ ਉਹਨਾਂ ਨੇ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਹੈਗੀ, ਨੋਰਮਲੀ ਕਈ ਐਪਲੀਕੇਸ਼ਨ ਇੱਦਾਂ ਦੀਆਂ ਹੁੰਦੀਆਂ ਹੈ ਜਿਹਦੇ ਵਿੱਚ ਤੁਸੀਂ ਆਪਣੇ ਸਵਿਚ ਨਹੀਂ ਕਰ ਸਕਦੇ ਹੈਗੇ, ਤੁਹਾਨੂੰ ਆਪਣੀ ਕੰਟਰੀ ਜਾਣਾ ਪੈਂਦਾ ਹੈਗਾ ਵੀ ਤੁਸੀਂ ਜਿੱਦਾਂ ਤੁਹਾਨੂੰ ਆਪਣੀ ਕੰਟਰੀ ਜਾ ਕੇ ਤੁਹਾਨੂੰ ਵੀਜ਼ਾ ਲੈ ਕੇ ਆਉਣਾ ਪੈਂਦਾ ਹੈਗਾ ਵਾਪਸ। ਫੋਰ ਐਗਜ਼ਾਮਪਲ ਵਿਜ਼ਿਟਰ ਜੇ ਤੁਸੀਂ ਹੈਗੇ ਤਾਂ ਤੁਸੀਂ ਵਰਕ ਪਰਮਿਟ ਸਵਿਚ ਨਹੀਂ ਕਰ ਸਕਦੇ, ਪਰ ਕਈ ਚੀਜ਼ਾਂ ਉਹਨਾਂ ਨੇ ਇਹਦੇ ਵਿੱਚ ਇਹ ਵੀ ਨਹੀਂ ਫਲੈਕਸੀਬਿਲਿਟੀ ਰੱਖੀ ਹੈਗੀ ਵੀ ਜੇ ਤੁਹਾਨੂੰ ਅਦਰਵਾਈਜ਼ ਤੁਹਾਡੀ ਕੰਟਰੀ 'ਚ ਜਾਣਾ ਪਵੇ ਤੇ ਆਪਣਾ ਵੀਜ਼ਾ ਵਧਾਉਣ ਵਾਸਤੇ, ਪਰ ਕੋਵਿਡ ਕਰਕੇ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਇੱਥੋਂ ਵੀ ਕਰਨਾ ਹੈਗਾ ਤੁਸੀਂ ਇੱਥੋਂ ਵੀ ਸਵਿਚ ਕਰ ਸਕਦੇ ਹੋ। ਉਹੀ ਨਾ ਦੇਖੋ ਕਿੰਨਾ ਫਰਕ ਹੈਗਾ, ਦੇ ਰੀਲੀ ਟ੍ਰਾਈਂਗ ਟੂ ਹੈਲਪ ਆਊਟ। ਹਾਂਜੀ, ਉਹ ਕਹਿੰਦੇ ਹੈਗੇ ਵੀ ਜੇ ਟਰੈਵਲ ਨਹੀਂ ਤੁਸੀਂ ਕਰ ਪਾਏ ਹੈਗੇ ਵੀ ਤੁਹਾਨੂੰ ਆਪਣੀ ਕੰਟਰੀ ਜਾਣਾ ਪੈਣਾ ਸੀਗਾ ਵੀਜ਼ਾ ਵਾਪਸ ਲੈ ਕੇ ਆਉਣ ਨੂੰ, ਤੁਸੀਂ ਇੱਥੋਂ ਹੀ ਟਰਾਈ ਕਰ ਸਕਦੇ ਹੈਗੇ ਹੋ। ਕਈ ਕੇਸਾਂ ਦੇ ਵਿੱਚ ਉਹ ਹੈਗੇ ਕਹਿੰਦੇ ਹੈਗੇ ਆ ਵੀ ਤੁਸੀਂ ਚਲੋ ਇੱਥੋਂ ਦੀ ਕਰ ਲਓ ਤੁਸੀਂ ਅਪਲਾਈ। ਕਾਫੀ ਕੈਟਾਗਰੀਜ਼ ਹੈਗੀਆਂ ਜਿਹਦੇ ਵਿੱਚ ਉਹਨਾਂ ਨੇ ਫਲੈਕਸੀਬਿਲਿਟੀ ਰੱਖੀ ਹੈਗੀ ਆ, ਤੇ ਇਹ ਚੀਜ਼ਾਂ ਉਹਨਾਂ ਨੇ ਕਈਆਂ ਹੈਗੀਆਂ ਵੀ ਜੇ ਕੋਈ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੈਗਾ ਵੀ ਜਿਹਨੂੰ ਵਰਕ ਪਰਮਿਟ ਲੈਣ ਨੂੰ ਜਾਂ ਵਿਜ਼ਿਟਰ ਸੀਗਾ ਜਾਂ ਉਹਨੇ ਬਿਜ਼ਨਸ ਵੀਜ਼ਾ ਲੈ ਕੇ ਆਉਣਾ ਸੀਗਾ ਆਪਣੀ ਕੰਟਰੀ 'ਚੋਂ, ਉਹ ਇੱਥੋਂ ਵੀ ਟਰਾਈ ਕਰ ਸਕਦੇ ਹੈਗੇ ਆ ਐਜ਼ ਲੌਂਗ ਐਜ਼ ਤੁਸੀਂ ਬਾਕੀ ਰਿਕੁਆਇਰਮੈਂਟਸ ਔਰ ਰੂਲਸ ਜਿਹੜੇ ਹੈਗੇ ਤੁਸੀਂ ਜੇ ਮੀਟ ਕਰਦੇ ਹੈਗੇ ਉਹਨਾਂ ਨੂੰ, ਤੇ ਉਹ ਤੁਸੀਂ ਆਟੋਮੈਟਿਕਲੀ ਤੁਸੀਂ ਕਰ ਸਕਦੇ ਹੈਗੇ ਹੋ ਵੀ ਤੁਸੀਂ ਇੱਥੋਂ ਦੀ ਸਵਿਚ ਕਰ ਸਕਦੇ ਹੈਗੇ ਫਿਰ। ਇਹਦੇ ਇੱਕ ਗੱਲ ਜ਼ਰੂਰ ਹੈਗੀ ਆ, ਹੁਣ ਜਦੋਂ ਤੁਸੀਂ ਕਹਿੰਦੇ ਹੋ ਕਿ ਉਹ ਕਹਿੰਦੇ ਕਿ ਤੁਹਾਨੂੰ ਕੰਟਰੀ ਜਾ ਕੇ ਵੀਜ਼ਾ ਲੈਣ ਦੀ ਲੋੜ ਨਹੀਂ, ਤੁਸੀਂ ਇੱਥੋਂ ਲੈ ਸਕਦੇ ਹੋ, ਪਰ ਇਟਸ ਵੈਰੀ ਇੰਪੋਰਟੈਂਟ ਯੂ ਡੋਂਟ ਲੈਟ ਦੈਟ ਰਨ ਡਾਊਨ। ਉਦੋਂ ਪਹਿਲਾਂ ਉਹਦੇ ਤੇ ਐਕਸ਼ਨ ਲੈਣਾ ਸ਼ੁਰੂ ਕਰੋ। ਹਾਂਜੀ, ਤੁਸੀਂ ਜੇ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਫੋਰਵਰਡ ਪਲਾਨਿੰਗ ਕਰ ਸਕਦੇ ਹੋ ਕਿ ਜੇ ਤੁਹਾਨੂੰ ਲੱਗਦਾ ਹੈਗਾ ਵੀ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਨਹੀਂ ਚਾਹ ਹੋਣਾ ਹੈਗਾ ਵੀ ਤੁਸੀਂ ਕੱਚੇ ਵੀ ਹੋ ਸਕਦੇ, ਮੇਕ ਸ਼ੋਰ ਕਰੋ ਵੀ ਆਪਣੇ ਓਵਰਸਟੇ ਨਹੀਂ ਨਾ ਕਰਿਓ, ਤੇ ਜੇ ਆਪਣੇ ਟਾਈਮ ਤੋਂ ਵਿਜ਼ਟਰ ਵੀਜ਼ਾ ਮੁੱਕਣ ਤੋਂ ਪਹਿਲੇ ਜਾਂ ਕੋਈ ਵੀ ਕੈਟਾਗਰੀ ਮੁੱਕਣ ਤੋਂ ਪਹਿਲੇ
ਤੁਸੀਂ ਇੱਥੋਂ ਅਪਲਾਈ ਕਰ ਸਕਦੇ ਹੈਗੇ ਆ, ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕਿਉਂਕਿ ਜਦੋਂ ਜਦੋਂ ਤੁਹਾਡੇ ਪਾਰਟ ਦੇ ਪਰ ਨੈਗਲੀਜੈਂਸ ਦੇਖਦੇ ਨੇ ਕਿ ਤੈਨੂੰ ਪਤਾ ਸੀਗਾ ਤੇਰਾ 2 ਮਹੀਨਿਆਂ ਨੂੰ ਜਾਂ 1 ਮਹੀਨਿਆਂ ਨੂੰ ਵਟਐਵਰ ਟਾਈਮ ਤੇਰਾ ਵੀਜ਼ਾ ਐਕਸਪਾਇਰ ਹੋ ਰਿਹਾ, ਹਾਂਜੀ ਤੇ ਉਹ ਤੁਸੀਂ ਬਾਅਦ ਚ ਸ਼ੁਰੂ ਕਰੋ ਕਿ ਚਲੋ ਮੇਰਾ ਨੈਕਸਟ ਵੀਕ ਖਤਮ ਹੋ ਗਿਆ ਤੇ ਮੈਂ ਹੁਣ ਸ਼ੁਰੂ ਕਰਾਂ, ਹਾਂਜੀ ਉਹ ਜ਼ਰਾ ਗਲਤ ਤਰੀਕੇ ਨਾਲ ਫਿਰ ਗਵਰਨਮੈਂਟ ਦੇਖੇਗੀ ਕਿ ਤੁਸੀਂ ਆਪਣਾ ਦੇਖਦੇ ਨਹੀਂ, ਰਿਸਪੌਂਸਿਬਲ ਬੰਦੇ ਨਹੀਂ ਹੈਗੇ। ਹਾਂਜੀ ਕੋਸ਼ਿਸ਼ ਕਰੋ ਆਪਣੇ ਟਾਈਮ ਸਿਰ ਹੀ ਸਾਰਾ ਕੁਝ ਹੋ ਜਾਵੇ ਤੇ ਚੰਗੀ ਗੱਲ ਆ। ਓਵਰਸਟੇ ਨਾ ਕਰੋ, ਸਹੀ ਨਹੀਂ ਮੰਨਦੇ ਹੈਗੇ ਜੇ ਤੁਸੀਂ ਓਵਰਸਟੇ ਕਰਦੇ ਓਵਰਸਟੇ ਦੇ ਨਾਲ, ਹਨਾ। ਹਾਂਜੀ ਥੋੜਾ ਜਿਹਾ ਇਸ ਚੀਜ਼ ਨੂੰ ਬਹੁਤ ਕੇਅਰਫੁਲੀ ਦੇਖਣਾ ਪੈਂਦਾ ਹੈਗਾ ਵੀ ਤੁਹਾਡੀ ਡੇਟ ਨਾ ਲੰਘ ਜਾਵੇ, ਪਰ ਡੇਟ ਤੋਂ ਪਹਿਲੇ ਤੁਸੀਂ ਆਪਣਾ ਸੋਰਟ ਆਊਟ ਕਰ ਲਓ ਸਾਰਾ ਕੁਝ ਜੋ ਵੀ ਕਰਨਾ। ਇੱਕ ਬੜਾ ਇੰਪੋਰਟੈਂਟ ਹੈਗਾ, ਮੈਂ ਲਾਸਟ ਵੀਕ ਹੀ ਤੁਹਾਨੂੰ ਕਹਿ ਕੇ ਹਟਿਆ ਸੀਗਾ, ਬਿਮਾਰੀ 'ਤੇ ਕੋਈ ਟਰੈਵਲ ਨਹੀਂ ਕਰਦਾ। ਅਗਰ ਟਰੈਵਲ ਜਿਹੜੀ ਰਿਸਟ੍ਰਿਕਸ਼ਨ ਹਟ ਜਾਵੇ ਨਾ, ਕੋਸ਼ਿਸ਼ ਕਰੋ ਕਿ ਇੱਦਾਂ ਦੇ ਜੋ ਵੀ ਕੰਮ ਕਰਨਾ ਕਰੋ। ਇੱਕ ਦਫਾ ਤੁਸੀਂ UK ਆ ਕੇ ਚਲੇ ਗਏ ਵਾਪਸ, ਥੋੜਾ ਰਸਤਾ ਖੁੱਲ ਜਾਂਦਾ ਹੈ, ਫਿਰ ਗਵਰਨਮੈਂਟ ਨੂੰ ਹੋ ਜਾਂਦਾ ਕਿ ਹਾਂ ਬੰਦਾ ਐਸੇ ਚਲੇ ਗਿਆ, ਫਿਰ ਉਹਦੇ ਤੇ ਬਹੁਤੀ ਰਿਸਟ੍ਰਿਕਸ਼ਨ ਮਤਲਬ ਬਹੁਤਾ ਸਕਰੂਟਨਾਈਜ਼ ਨਹੀਂ ਕਰਨਗੇ ਤੁਹਾਡੀ ਐਪਲੀਕੈਂਟ। ਵੈਲ ਹੋ ਸਕਦਾ ਹੈਗਾ ਵੀ ਜਿੱਦਾਂ ਵੀ ਉਹਨਾਂ ਨੂੰ ਠੀਕ ਲੱਗਦਾ ਹੋਵੇ ਤੇ ਉਹ ਥੋੜਾ ਹਾਂਜੀ ਤਾਂ ਤੁਹਾਨੂੰ ਆਪਣੀ ਇਮੀਗ੍ਰੇਸ਼ਨ ਹਿਸਟਰੀ ਤਾਂ ਤੁਹਾਨੂੰ ਠੀਕ ਰੱਖਣੀ ਚਾਹੀਦੀ ਆ। ਕੋਸ਼ਿਸ਼ ਕਰੋ ਵੀ ਆਪਣਾ ਟਾਈਮ ਸਿਰ ਸਾਰਾ ਕੁਝ ਕੀਤਾ ਜਾਵੇ, ਆਪਣੇ ਕਾਨੂੰਨ ਦੀ ਬ੍ਰੀਚ ਨਾ ਕੀਤੀ ਜਾਵੇ, ਕੋਈ ਵੀ ਰੂਲਸ ਦੀ ਬ੍ਰੀਚ ਨਾ ਕੀਤੀ ਜਾਵੇ, ਕੋਈ ਵੀ ਅੱਗੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈਗੀ। ਪਰ ਬਾਕੀ ਜੇ ਤੁਹਾਡੀ ਅੱਜ ਕੱਲ੍ਹ ਕੋਈ ਸਿਚੁਏਸ਼ਨ ਹੈਗੀ ਆ ਤਾਂ ਫਿਰ ਕੰਸੈਸ਼ਨਸ ਜਿਹੜੇ ਹੈਗੇ ਤੁਸੀਂ ਇੱਥੋਂ ਦੀ ਵੀਜ਼ਾ ਆਪਣਾ ਫਾਈਲ ਕਰ ਸਕਦੇ ਹੈਗੇ। ਬੜੀ ਹੈਲਪ ਹੈ ਕੰਸੈਸ਼ਨ ਦੀ, ਰੀਅਲੀ। ਇੱਕ ਚੀਜ਼ ਤਾਂ ਭੈੜੀ ਬਿਮਾਰੀ ਦਾ ਬੰਦਾ ਨਾਮ ਲੈਣੇ ਡਰ ਲੱਗਦਾ ਹੈ, ਲੇਕਿਨ ਦੂਜੇ ਪਾਸੇ ਦੇਖੋ ਗਵਰਨਮੈਂਟ ਕਿੰਨੀ ਮਦਦ ਕਰ ਰਹੀ, ਹਰ ਤਰੀਕੇ ਦੀ ਕੋਸ਼ਿਸ਼ ਕਰਦੀ ਹੈ, ਹਰ ਐਂਗਲ ਤੇ ਕੋਸ਼ਿਸ਼ ਕਰ ਰਹੀ ਹੈ। ਹਾਂਜੀ ਉਹ ਕਰ ਰਹੇ ਆ ਜਿੰਨਾ ਕੋ ਉਹਨਾਂ ਕੋ ਹੋ ਸਕਦਾ ਹੈਗਾ। ਕ੍ਰਾਈਸਿਸ ਤੇ ਹੈਗਾ ਹੀ ਆ ਸਾਰੇ ਇੱਥੇ ਵੀ, ਸਭ ਤੋਂ ਜ਼ਿਆਦਾ UK ਦੇ ਵਿੱਚ, ਯੂਰਪ ਦੇ ਵਿੱਚ ਤਾਂ ਇਸ ਵੇਲੇ ਸਟ੍ਰੈਸ ਪਿਆ ਹੋਇਆ ਵੀ ਕਰੋਨਾ ਵਾਇਰਸ ਦਾ, ਲੋਕਡਾਊਨ ਦਿਸ ਐਂਡ ਦੈਟ, ਕਾਫੀ ਪ੍ਰੋਬਲਮਸ ਹੈਗੀਆਂ। ਪਰ ਚਲੋ ਹੁਣ ਲੋਕਡਾਊਨ ਹੈਗਾ ਤੇ ਜਿੰਨਾ ਵੱਧ ਤੋਂ ਵੱਧ ਗਵਰਨਮੈਂਟ ਹੈਲਪ ਕਰ ਸਕਦੀ ਹੋਈ ਉਹ ਕਰ ਸਕਦੀ ਹੈ, ਕਰਦੀ ਪਈ ਹੈ। ਹੈ ਪਰ ਰੀਅਲੀ ਮੈਨੂੰ ਬਹੁਤ ਅੱਛਾ ਲੱਗਾ ਜਿਹੜਾ ਤੁਸੀਂ ਕਹਿੰਦੇ ਹੋ ਨੋਰਮਲੀ ਜਿਹੜੇ ਕਿਸੇ ਨੇ ਵੀਜ਼ਾ ਐਕਸਟੈਂਡ ਕਰਨਾ ਦੇ ਹੈਵ ਟੂ ਗੋ ਬੈਕ ਟੂ ਦੇਅਰ ਕੰਟਰੀ ਦੇ ਵਿੱਚ ਕਰਨਾ ਚਾਹੀਦਾ। ਹਾਂਜੀ ਉਹ ਦੈਟਸ ਦ ਰੂਲਸ ਐਂਡ ਰੈਗੂਲੇਸ਼ਨ ਉਹਨਾਂ ਦੇ ਹੈ। ਯਾ ਉਹ ਤੁਹਾਨੂੰ ਕਰਦੇ ਹੈਗੇ। ਇੱਕ ਬੜੀ ਹੋਰ ਵਧੀਆ ਚੀਜ਼ ਉਹਨਾਂ ਨੇ ਇੱਕ ਡਿਕਲੇਅਰ ਕੀਤੀ ਹੈਗੀ ਹੈ ਜਿਹੜੀ ਕਿ ਮੈਂ ਦੱਸਣਾ ਚਾਹੁੰਦਾ ਹੈਗਾ ਆਪਣੇ ਵਿਊਅਰਸ ਨੂੰ। ਜੇ ਤੁਸੀਂ ਇੱਥੇ ਵਰਕ ਵਾਸਤੇ ਤੁਸੀਂ ਅਪਲਾਈ ਕੀਤਾ ਹੈਗਾ ਨੋਰਮਲੀ UK ਦੇ ਵਿੱਚ, ਅਤੇ ਨੋਰਮਲੀ ਤੁਸੀਂ ਕੰਮ ਸ਼ੁਰੂ ਨਹੀਂ ਕਰ ਸਕਦੇ ਜਿੰਨਾ ਤੁਹਾਡਾ ਵੀਜ਼ਾ ਅਪਰੂਵ ਨਹੀਂ ਹੁੰਦਾ। ਪਰ ਉਹਨਾਂ ਨੇ ਇਹ ਕਿਹਾ ਵੀ ਜੇ ਤੁਸੀਂ ਸਕਿਲਡ ਆਪਣਾ, ਜੇ ਤੁਸੀਂ ਇੱਥੋਂ ਦੀ ਤੁਸੀਂ ਪਹਿਲੇ ਤਾਂ ਉਹ ਕਹਿੰਦੇ ਜਿੱਦਾਂ ਅਸੀਂ ਹੁਣ ਐਕਸਪਲੇਨ ਕੀਤਾ, ਤੁਸੀਂ ਇੱਥੋਂ ਦੀ ਅਪਲਾਈ ਕਰ ਸਕਦੇ, ਇੱਥੋਂ ਦੀ ਆਪਣਾ ਅਪਲਾਈ ਕਰ ਸਕਦੇ ਹੈਗੇ ਹੋ ਅਤੇ ਤੁਸੀਂ ਕੰਮ ਵੀ ਸ਼ੁਰੂ ਕਰ ਸਕਦੇ ਹੈਗੇ ਹੋ। ਜੇ ਤੁਹਾਡਾ ਸਰਟੀਫਿਕੇਟ ਆਫ ਸਪੋਂਸਰਸ਼ਿਪ ਜਿਹੜੀ ਹੈਗੀ ਆ, ਜੇ ਉਹ ਹੈਲਥ ਐਂਡ ਕੇਅਰ ਦੇ ਵਿੱਚ ਹੈਲਥ ਕੇਅਰ ਵੀਜ਼ੇ ਦੇ ਵਿੱਚ ਹੈਗੀ ਆ, ਅਤੇ ਇਹ ਚੀਜ਼ ਜੇ ਕੋਈ ਤੁਸੀਂ ਮੈਡੀਕਲ ਪ੍ਰੋਫੈਸ਼ਨਲ ਜੇ ਤੁਸੀਂ ਹੈਗੇ ਹੋ, ਤੁਸੀਂ ਕੋਈ ਮੈਡਿਕਸ ਹੈਗੇ ਜਾਂ ਤੁਸੀਂ NHS ਵਾਸਤੇ ਕੰਮ ਕਰਦੇ ਹੈਗੇ ਹੋ, ਤਾਂ ਤੁਹਾਨੂੰ ਉਹਨਾਂ ਨੇ ਇਹ ਵੀ ਕਿਹਾ ਹੈਗਾ ਵੀ ਤੁਹਾਨੂੰ ਆਪਣੇ ਵੀਜ਼ੇ ਦੀ ਵੇਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਤੁਸੀਂ ਆਪਣਾ ਕੰਮ ਕੰਟੀਨਿਊ ਕਰ ਸਕਦੇ ਹੈਗੇ ਹੋ ਉਹਦੇ ਵਾਸਤੇ ਉੱਥੇ ਔਨਲਾਈਨ ਆਪਣੀ ਕੰਪਨੀ ਵਾਸਤੇ, ਜਿਹਦੇ ਵਾਸਤੇ ਤੁਸੀਂ NHS ਵਾਸਤੇ ਕੰਮ ਕਰਦੇ ਹੈਗੇ ਜਾਂ ਕਿਸੇ ਵੀ ਮੈਡੀਕਲ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਕੰਮ ਕਰਦੇ ਹੈਗੇ ਹੋ, ਤੁਸੀਂ ਕੰਟੀਨਿਊ ਕਰ ਸਕਦੇ ਹੈਗੇ ਆਪਣਾ ਕੰਮ ਜਿਹੜਾ ਹੈਗਾ। ਇੱਕ ਬਹੁਤ ਹੀ ਚੀਜ਼ ਹੈ ਮੈਡੀਕਲ ਦੇ ਵਿੱਚ, ਪ੍ਰੋਫੈਸ਼ਨ ਦੇ ਵਿੱਚ ਤਾਂ ਬੜਾ ਸਕੀਮ ਹੈਗੀ, ਬੜੀ ਅਪਰਚੂਨਿਟੀ ਹੈਗੀ ਹੈ। ਹੁਣ ਸਪੈਸ਼ਲੀ ਮੈਂ ਤਾਂ ਸਿਰਫ UK ਦੀ ਗੱਲ ਕਰਾਂਗਾ ਅਤੇ ਬੜੀ ਆਫਰਾਂ ਦੇ ਰਹੇ ਨੇ ਓਪਨ ਹੈਪਲੀ ਆਪਣੇ। ਹਾਂਜੀ ਇਹਦੀ ਆਫਰਾਂ ਦੀ ਤੁਸੀਂ ਜੇ ਗੱਲ ਕੀਤੀ ਮੇਰੇ ਦਿਮਾਗ 'ਚ ਇੱਕ ਹੋਰ ਗੱਲ ਆ ਗਈ। ਅਤੇ ਜੇ ਤੁਸੀਂ NHS ਦੇ ਵਿੱਚ ਕੰਮ ਕਰਦੇ ਹੈਗੇ, ਹੈਲਥ ਕੇਅਰ ਵਰਕਰ ਜੇ ਤੁਸੀਂ ਹੈਗੇ ਹੋ, ਉਹਨਾਂ ਨੇ ਈਵਨ ਕਿ ਜੇ ਤੁਹਾਡਾ ਵੀਜ਼ਾ ਜਿਹੜਾ ਹੈਗਾ 1 ਅਕਤੂਬਰ 2020 ਤੋਂ ਲੈ ਕੇ 31 ਮਾਰਚ 2021 ਦੇ ਵਿੱਚ ਜੇ ਐਕਸਪਾਇਰ ਹੋ ਰਿਹਾ ਹੈਗਾ, ਉਹ ਫ੍ਰੀ ਐਕਸਟੈਂਸ਼ਨ ਵੀ ਉਹਨਾਂ ਨੇ ਡਿਕਲੇਅਰ ਕੀਤੀ ਹੈਗੀ ਹੈ ਹੈਲਥ ਕੇਅਰ ਵਰਕਰਸ ਵਾਸਤੇ। ਉੱਦਾਂ ਨੋਰਮਲੀ ਤੁਹਾਨੂੰ ਫੀਸ ਵਗੈਰਾ ਪੇ ਕਰਨੀ ਪੈਂਦੀ ਹੈਗੀ ਹੈ, ਸਾਰਾ ਕੁਛ ਤੁਹਾਨੂੰ NHS ਵਗੈਰਾ। ਉਹਨਾਂ ਨੇ ਤੁਹਾਨੂੰ ਇਹ ਵੀ ਉਹਦੇ ਵਿੱਚ ਜਿਹੜੇ ਕਿ ਮੇਨਲੀ ਹੈਲਥ ਕੇਅਰ ਵਰਕਰਸ ਜਿਹੜੇ ਹੈਗੇ ਆ, ਕਾਫੀ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਵੀ ਤੁਹਾਨੂੰ ਫ੍ਰੀ ਐਕਸਟੈਂਸ਼ਨ ਦੇ ਰਹੇ ਹੈਗੇ ਆ ਤੁਹਾਡੇ ਵਾਸਤੇ। ਅਤੇ ਜਿੰਨੇ ਵੀ ਤੁਹਾਡੇ ਆਪਣਾ ਐਲੀਜੀਬਲ ਡਿਪੈਂਡੈਂਟਸ ਜਿਹੜੇ ਨਾਲ ਹੈਗੇ ਆ, ਉਹਨਾਂ ਨੂੰ ਵੀ ਉਹ ਨਾਲ ਉਹ ਐਕਸਟੈਂਸ਼ਨ ਦੇ ਰਹੇ ਹੈਗੇ ਆਪਣਾ। ਅਤੇ ਤੁਹਾਨੂੰ ਜਿਹੜਾ ਇਮੀਗ੍ਰੇਸ਼ਨ ਹੈਲਥ ਸਰਚ ਆ ਜਿਹੜਾ ਹੈਗਾ, ਤੁਹਾਨੂੰ ਉਹ ਵੀ ਪੇ ਕਰਨ ਦੀ ਲੋੜ ਨਹੀਂ ਹੈਗੀ, ਐਜ਼ ਲੌਂਗ ਐਜ਼ ਤੁਸੀਂ ਹੈਲਥ ਐਂਡ ਸੋਸ਼ਲ ਕੇਅਰ ਦੇ ਵਿੱਚ ਤੁਹਾਡੀ ਜੋਬ ਹੈਗੀ ਹੈ। ਜੇ ਕਿੰਨੀ ਵਧੀਆ ਗੱਲ ਆ, ਜਿਹੜੇ ਕਿ ਮੈਡੀਕਲ ਪ੍ਰੋਫੈਸ਼ਨਲਸ ਜਿਹੜੇ ਹੈਗੇ ਆ ਫਰੰਟ ਲਾਈਨ 'ਤੇ ਹੋ ਕੇ ਜਿਹੜੇ ਫਾਈਟ ਕਰਦੇ ਪਏ ਹੈਗੇ, ਐਟਲੀਸਟ ਗਵਰਨਮੈਂਟ ਉਹਨਾਂ ਦਾ ਸੋਚਦੀ ਪਈ ਹੈ ਵੀ ਜੇ ਇਸ ਕਰਕੇ ਜੇ ਤੁਸੀਂ ਆਪਣਾ ਹੈਲਥ ਐਂਡ ਸੋਸ਼ਲ ਕੇਅਰ ਆਪਣਾ ਹੈਲਥ ਕੇਅਰ ਦੇ ਵਿੱਚ ਜੇ ਤੁਹਾਡੀ ਜੋਬ ਹੈਗੀ ਹੈ, ਤਾਂ ਤੁਸੀਂ ਫ੍ਰੀ ਐਕਸਟੈਂਸ਼ਨ ਦੇ ਵਾਸਤੇ ਅਪਲਾਈ ਕਰ ਸਕਦੇ ਹੈਗੇ ਹੋ, ਇਨਕਲੂਡਿੰਗ ਤੁਹਾਡੇ ਡਿਪੈਂਡੈਂਟਸ। ਤੁਹਾਡੀ ਅੱਛਾ ਡਿਪੈਂਡੈਂਟ ਵੀ ਨਾਲ ਦਿੰਦੇ ਨੇ, ਕੀ ਬਾਤ ਹੈਗੀ ਤੁਹਾਡੀ। ਉਹਨਾਂ ਨੇ ਇਹਦੇ ਵਿੱਚ ਪਾਲਿਸੀ ਦੇ ਵਿੱਚ ਕਿਹਾ ਹੈਗਾ ਵੀ ਇੱਥੇ ਆਈ ਹੋਈ ਹੈ ਜਿਹੜੀ ਕਿ ਲੇਟੈਸਟ ਅਪਡੇਟਸ ਜਿਹੜੀਆਂ ਹੈਗੀਆਂ ਉਹਦੇ ਵਿੱਚ ਲਿਖਿਆ ਹੈਗਾ ਵੀ ਤੁਹਾਨੂੰ ਫ੍ਰੀ ਐਕਸਟੈਂਸ਼ਨ ਦਿੱਤੀ ਜਾਊਗੀ। ਨੋਰਮਲੀ ਤੁਹਾਡੀਆਂ ਫੀਸਾਂ ਬਹੁਤ ਲੱਗਦੀਆਂ ਹੈਗੀਆਂ, ਤੁਹਾਨੂੰ IHS ਬਹੁਤ ਪੇ ਕਰਨਾ ਪੈਂਦਾ ਹੈਗਾ ਵੀ ਐਜ਼ ਲੌਂਗ ਐਜ਼ ਤੁਸੀਂ NHS ਵਾਸਤੇ ਹੈਲਥ ਕੇਅਰ ਦੇ ਵਿੱਚ ਤੁਸੀਂ ਕੰਮ ਕਰਦੇ ਹੈਗੇ ਹੋ, ਅਤੇ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਫ੍ਰੀ ਐਕਸਟੈਂਸ਼ਨ ਦਿੰਦੇ ਹੈਗੇ।
क्या बात है, क्या बात है। पर इकबाल जी ਇਹਦੇ 'ਚ ਕੋਈ ਹੈਲਥ ਕੇਅਰ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜੌਬ ਹੋਵੇ ਕਿ ਪ੍ਰੋਫੈਸ਼ਨਲ ਹੋਣਾ ਚਾਹੀਦਾ, ਮੇ ਬੀ ਕੁਆਲੀਫਾਈਡ ਨਰਸ, ਕੁਆਲੀਫਾਈਡ ਡਾਕਟਰ ਹੋਵੇ, ਕਿ ਤੁਸੀਂ ਹੈਲਥ ਕੇਅਰ 'ਚ ਹੈਗੇ ਤੁਹਾਨੂੰ ਉਹ ਇੱਦਾਂ ਹੀ ਟ੍ਰੀਟਮੈਂਟ ਮਿਲੇਗੀ? ਹਾਂਜੀ, ਉਹਨਾਂ ਨੇ ਤੁਹਾਨੂੰ ਟਰਮ ਯੂਜ਼ ਕੀਤੀ ਹੈ ਹੈਲਥ ਕੇਅਰ ਦੇ ਵਿੱਚ, ਕਿ ਹੈਲਥ ਕੇਅਰ ਦੇ ਵਿੱਚ ਕਾਫੀ ਫੀਲਡਸ ਆ ਜਾਂਦੇ ਹੈਗੇ, ਬਹੁਤ field ਆ ਜਾਂਦੀ ਹੈ, ਡਾਕਟਰਸ ਆ ਜਾਂਦੇ ਹੈਗੇ, ਨਰਸਿਸ, ਮਿਡਵਾਈਫਸ, ਜਿਹੜੇ ਵੀ ਆਪਣਾ ਕੋਈ ਵੀ ਜਦੋਂ ਤੁਸੀਂ ਹੈਲਥ ਕੇਅਰ ਵਰਕਰ ਜਿਹੜੇ ਹੈਗੇ ਆ, ਤੁਹਾਡੀ ਡਾਇਰੈਕਟ ਤੁਹਾਡੀ ਇਨਵੋਲਵਮੈਂਟ ਹੈਗੀ NHS ਦੇ ਵਿੱਚ, ਤੁਹਾਡੀ ਡਾਇਰੈਕਟ ਤੁਸੀਂ ਕੇਅਰ ਕਰਦੇ ਪਏ ਹੈਗੇ ਆ NHS ਦੇ ਵਿੱਚ, ਜਾਂ ਤੁਸੀਂ ਫਰੰਟ ਲਾਈਨ 'ਤੇ ਹੋ ਕੇ ਤੁਸੀਂ ਕੋਵਿਡ ਦੀ ਫਾਈਟ ਦੇ ਵਿੱਚ ਵੀ ਜੇ ਤੁਸੀਂ ਹੈਗੇ ਹੋ, ਤੁਸੀਂ ਕੋਈ ਰਿਸਰਚਰ ਜੇ ਹੈਗੇ ਹੋ, ਜਾਂ ਤੁਸੀਂ ਜਿਹੜੀਆਂ ਇੰਨੀਆਂ ਰਿਸਰਚ ਚੱਲਦੀਆਂ ਪਈਆਂ ਹੈਗੀਆਂ ਉਹਦੇ ਵਿੱਚ ਤੁਸੀਂ ਪਾਰਟੀਸਪੇਟ ਕਰ ਰਹੇ ਹੈਗੇ ਹੋ, ਜਾਂ ਤੁਸੀਂ ਤੁਹਾਡੀ ਕੋਈ ਇਨਵੋਲਵਮੈਂਟ ਹੈਗੀ ਆ, ਤੁਸੀਂ ਡਾਕਟਰ ਹੈਗੇ ਉਹਦੇ ਵਿੱਚ, ਜਾਂ ਤੁਸੀਂ ਜਿਹੜੀ ਵੀ ਵੈਕਸੀਨੇਸ਼ਨ ਜਿਹੜੀ ਬਣਦੀ ਪਈ ਹੈਗੀ ਆ ਉਹਦੇ ਵਿੱਚ ਤੁਸੀਂ ਕਰ ਰਹੇ ਹੈਗੇ ਹੋ। ਅਤੇ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਕਿਹਾ ਹੈਗਾ ਵੀ ਚਲੋ ਉਹ ਅਪਰੀਸ਼ੀਏਟ ਕਰ ਰਹੇ ਇਸ ਚੀਜ਼ ਨੂੰ, ਵੀ ਉਹਨਾਂ ਚੀਜ਼ਾਂ ਉਹਨਾਂ ਨੂੰ ਜਿਹੜੇ ਹੈਗੇ ਆ ਪ੍ਰੋਫੈਸ਼ਨਲਸ ਜਿਹੜੇ, ਅਤੇ ਉਹਨਾਂ ਵਾਸਤੇ ਉਹਨਾਂ ਨੇ ਇਹ ਸਹੂਲਤ ਰੱਖੀ ਹੈਗੀ ਆ, ਜਿਹੜੀ ਕਿ ਆਈ ਬਿਲੀਵ ਇਜ਼ ਵੈਰੀ ਗੁੱਡ। ਬਾਲ ਜੀ ਥੈਂਕ ਯੂ ਸੋ ਮਚ, ਬੜੇ ਸਵਾਲ ਸੀਗੇ, ਨੈਕਸਟ ਵੀਕ ਫੇਰ ਕਵਰ ਕਰਾਂਗੇ। ਟਾਈਮ ਬਿਲਕੁਲ ਇਜਾਜ਼ਤ ਨਹੀਂ ਦੇ ਰਿਹਾ, ਬੜਾ ਥੋੜਾ ਟਾਈਮ ਰਹਿ ਗਿਆ। ਮੈਂ ਹਮੇਸ਼ਾ ਕਹਿੰਦਾ ਨਾ ਪਲੀਜ਼ ਕੋਸ਼ਿਸ਼ ਕਰਿਆ ਕਰੋ, ਬੜੇ ਕਾਲ ਆ ਰਹੇ ਨੇ ਲੇਕਿਨ ਲੋਕਾਂ ਹੀ ਔਨ ਏਅਰ ਨਹੀਂ ਗੱਲ ਕਰਨਾ ਚਾਹੁੰਦੇ, ਬਾਅਦ ਇਕਬਾਲਦੀਪ ਜੀ ਨੂੰ ਨੰਬਰ ਦਿੱਤੇ ਜਾਣਗੇ, ਕੋਈ ਵੀ ਸਵਾਲ ਹੋਏਗਾ ਨੈਕਸਟ ਟਾਈਮ ਸੇਮ ਪਲੇਸ ਫਿਰ ਤੁਹਾਡੇ ਨਾਲ ਮੁਲਾਕਾਤ ਹੋਗੀ। ਆਪਣਾ ਖਿਆਲ ਰੱਖਿਓ ਪਲੀਜ਼। ਆਪਾਂ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोल